ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨਿਲ ਭਾਰਦਵਾਜ ਹਾਜ਼ਰ ਹਾਂ ਅੱਜ ਦੀ ਪੰਜਾਬ ਦੇ ਵਿੱਚ। ਅੱਜ ਦਾ ਵਿਸ਼ਾ ਕਿਸਾਨੀ ਅੰਦੋਲਨ। ਪੂਰੇ ਦੇਸ਼ 'ਚ ਅੱਜ ਬੰਦ ਰਿਹਾ। ਭਾਰਤ ਬੰਦ ਦਾ ਪੂਰਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲਿਆ। ਵੱਖ-ਵੱਖ ਥਾਈਂ ਪ੍ਰਦਰਸ਼ਨ ਹੋਏ, ਕਿਸਾਨਾਂ ਨੇ ਧਰਨੇ ਦਿੱਤੇ ਔਰ ਆਪਣੀ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਲਗਾਤਾਰ ਸੰਘਰਸ਼ ਜਿਹੜਾ ਉਹ ਜਾਰੀ ਰੱਖਦੇ ਹੋਏ ਅੱਜ ਇਹ ਬੰਦ ਕੀਤਾ ਗਿਆ। ਡਿਮਾਂਡ ਉਹੀ 3 ਕ੍ਰਿਸ਼ੀ ਕਾਨੂੰਨ, ਕੇਂਦਰੀ ਕ੍ਰਿਸ਼ੀ ਕਾਨੂੰਨ ਰੱਦ ਹੋਣ, ਜਿਨ੍ਹਾਂ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਟਵੀਟ ਵੀ ਕੀਤਾ ਤੇ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਹੈ, ਬਿਲਕੁਲ ਮਜ਼ਬੂਤੀ ਨਾਲ ਖੜਾ ਹੈ। ਕੇਂਦਰ ਨੂੰ ਅਪੀਲ ਕਰਦਾ ਹੈ ਕਿ ਤਿੰਨੇ ਜਿਹੜੇ ਖੇਤੀ ਕਾਨੂੰਨ ਨੇ ਉਹ ਵਾਪਸ ਲਏ ਜਾਣ ਔਰ ਨਾਲ ਹੀ ਕਿਸਾਨਾਂ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਕਿ ਉਹ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਣਾ ਜਿਹੜਾ ਹੈ ਉਹ ਆਵਾਜ਼ ਨੂੰ ਬੁਲੰਦ ਕਰਨ। ਇਸ ਦੇ ਨਾਲ ਹੀ ਆਪਾਂ ਅੱਗੇ ਗੱਲ ਕਰ ਲਈਏ। ਕਿਸਾਨਾਂ ਦੀ ਡਿਮਾਂਡ ਸਿਰਫ ਇਹੀ ਹੈ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਆ ਉਹ ਵਾਪਸ ਹੋਣੇ ਚਾਹੀਦੇ ਆ। ਇਸ ਤੋਂ ਘੱਟ ਉਹਨਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਹੈ। ਤੇ ਗੱਲ ਆਪਾਂ ਕਰ ਲਈਏ ਪਾਰਟੀਆਂ ਦੀ ਤੇ ਉਹਦੇ 'ਚ ਬੀਜੇਪੀ ਜਿਹੜੀ ਆ ਲਗਾਤਾਰ ਇਹ ਕਹਿੰਦੀ ਆਈ ਆ ਕਿ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਹੱਕ 'ਚ ਨੇ, ਉਹਨਾਂ ਦੇ ਹਿੱਤ 'ਚ ਨੇ, ਜਦੋਂ ਕਿ ਕਿਸਾਨ ਇਹ ਮੰਨਣ ਨੂੰ ਤਿਆਰ ਨਹੀਂ। ਉਹਨਾਂ ਦਾ ਕਹਿਣਾ ਕਿ ਇਹ ਮੁੱਢੋਂ ਰੱਦ ਹੋਣੇ ਚਾਹੀਦੇ ਆ। ਕਾਂਗਰਸ ਹਮੇਸ਼ਾ ਉਹਨਾਂ ਦੇ ਨਾਲ ਖੜੀ ਦਿਖਾਈ ਦਿੱਤੀ ਹੈ ਇਸ ਪੂਰੀ ਲੜਾਈ 'ਚ ਔਰ ਇਸ ਦੇ ਨਾਲ ਹੀ ਅਕਾਲੀ ਦਲ ਨੇ ਵੀ ਸਾਥ ਛੱਡਿਆ ਐਨਡੀਏ ਦਾ ਜਦੋਂ ਕਿ ਇਹ ਖੇਤੀ ਕਾਨੂੰਨ ਜਿਹੜੇ ਆ ਉਹ ਬਿੱਲ ਪਾਸ ਹੋਏ ਤੇ ਬਾਅਦ 'ਚ ਉਹ ਜਿਹੜਾ ਕਾਨੂੰਨ ਬਣੇ। ਆਮ ਆਦਮੀ ਪਾਰਟੀ ਦੇ ਨੇਤਾ ਵੀ ਲਗਾਤਾਰ ਇਹਨਾਂ ਦਾ ਵਿਰੋਧ ਕਰਦੇ ਰਹੇ। ਹੁਣ ਗੱਲ ਇੱਥੇ ਆ ਜਾਂਦੀ ਹੈ ਜੀ ਕਿ ਅੱਜ ਪਹਿਲੀ ਕੈਬਨਿਟ ਮੀਟਿੰਗ ਹੋਈ ਕੱਲ੍ਹ, ਸਹੁੰ ਚੱਕੀ ਜੋ 15 ਮੰਤਰੀਆਂ ਨੇ ਉਸ ਤੋਂ ਬਾਅਦ, ਤੇ ਉਹਦੇ ਵਿੱਚ ਵੀ ਕਿਸਾਨੀ ਇਸ਼ੂ ਤੇ ਡਿਸਕਸ਼ਨਾਂ ਹੋਈਆਂ ਸਾਰੀਆਂ। ਤੇ ਉਸ ਤੋਂ ਬਾਅਦ ਬਾਕੀ ਏਜੰਡਾ ਜਿੰਨਾ ਵੀ ਸੀ ਉਹਨੂੰ ਡੈਫਰ ਕਰਤਾ ਗਿਆ, ਨੈਕਸਟ ਮੀਟਿੰਗ 'ਚ ਲਿਆਂਦਾ ਜਾਏਗਾ। ਪੰਜਾਬ ਸਰਕਾਰ ਨੇ ਪੂਰਾ ਇਹਦੇ ਤੇ ਜਿਹੜਾ ਹੈਗਾ ਆਪਣਾ ਸਟੈਂਡ ਫਿਰ ਇੱਕ ਵਾਰ ਕਲੀਅਰ ਕਰਤਾ ਕਿ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਗੇ ਉਹ ਵੀ ਲਗਾਤਾਰ ਕਿਸਾਨਾਂ ਦੇ ਨਾਲ ਖੜੇ ਦਿਖਾਈ ਦਿੱਤੇ। ਉਹ ਤਾਂ ਬਕਾਇਦਾ ਪ੍ਰਾਈਮ ਮਿਨਿਸਟਰ ਨੂੰ ਔਰ ਕੇਂਦਰੀ ਹੋਮ ਮਿਨਿਸਟਰ ਨੂੰ ਜਾ ਕੇ ਵੀ ਮਿਲੇ ਔਰ ਉਹਨਾਂ ਨੇ ਉੱਥੇ ਜਿਹੜਾ ਹੈ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ। ਪਰ ਇਸ਼ੂ ਮਸਲਾ ਉੱਥੇ ਦਾ ਉੱਥੇ ਖੜਾ। ਮਸਲਾ ਹੱਲ ਕਿਵੇਂ ਹੋਣਾ, ਇਹਨੂੰ ਲੈ ਕੇ ਕਿਸ ਤਰੀਕੇ ਨਾਲ ਅੱਗੇ ਵਧਿਆ ਜਾਣਾ। ਸਭ ਤੋਂ ਪਹਿਲਾਂ ਮੈਂ ਆ ਰਿਹਾ ਭਾਰਤੀ ਜਨਤਾ ਪਾਰਟੀ ਤੋਂ ਚੇਤਨ ਜੋਸ਼ੀ ਜੀ ਕੋਲੇ, ਤੇ ਇਹਨਾਂ ਦੇ ਨਾਲ ਹੀ ਕਾਂਗਰਸ ਤੋਂ ਅੰਮ੍ਰਿਤ ਗਿੱਲ ਜੀ, ਅਕਾਲੀ ਦਲ ਤੋਂ ਅਰਸ਼ਦੀਪ ਕਲੇਰ ਜੀ ਔਰ ਆਮ ਆਦਮੀ ਪਾਰਟੀ ਤੋਂ ਮੇਜਰ RPS ਮਲਹੋਤਰਾ ਜੀ ਵੀ ਸਾਡੇ ਨਾਲ ਜੁੜ ਚੁੱਕੇ ਹੈ। ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪਹਿਲਾ ਕਮੈਂਟ, ਓਪਨਿੰਗ ਕਮੈਂਟ ਚੇਤਨ ਜੋਸ਼ੀ ਜੀ, ਭਾਰਤੀ ਜਨਤਾ ਪਾਰਟੀ। ਚੇਤਨ ਜੀ। ਜੀ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਸਟੈਂਡ ਬੜਾ ਕਲੀਅਰ ਹੈ ਇਹਨਾਂ ਬਿਲਸ ਨੂੰ ਲੈ ਕੇ, ਲੇਕਿਨ ਇਸ ਦੇ ਨਾਲ ਮੈਂ ਇੱਥੇ ਵੀ ਗੱਲ ਕਹਿਣਾ ਚਾਹੁੰਦਾ ਵਾਂ ਕਿ ਅਜੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਸ ਦੇ ਉੱਤੇ ਥੋੜ੍ਹੀ ਦੇਰ ਰੋਕ ਲਗਾਈ ਹੋਈ ਆ। ਅਜੇ ਇਹ ਤਾਂ ਇੰਪਲੀਮੈਂਟ ਹੋਏ ਨਹੀਂ ਹੈ ਜਿਹੜੇ ਬਿੱਲ ਹੈਗੇ ਨੇ। ਕਾਹਦੇ ਵਾਸਤੇ ਇੰਨਾ ਜ਼ਿਆਦਾ ਇਸ ਨੂੰ ਲੈ ਕੇ ਇੰਨੀ ਪ੍ਰੋਬਲਮ ਕ੍ਰੀਏਟ ਕੀਤੀ ਜਾ ਰਹੀ ਹੈ, ਜਦ ਇਹਨਾਂ ਨੂੰ ਬਾਰ-ਬਾਰ ਕਿਹਾ ਜਾ ਰਿਹਾ ਕਿ ਤੁਸੀਂ ਆ ਕੇ ਗੱਲ ਕਰੋ, 5 ਮੈਂਬਰੀ ਕਮੇਟੀ ਤੁਹਾਡੀ ਆਏਗੀ, 5 ਮੈਂਬਰੀ ਕਮੇਟੀ ਸਾਡੀ ਬੈਠ ਕੇ ਜੋ ਵਿਚਾਰ ਕੀਤਾ ਜਾਏਗਾ ਉਹਦੇ ਉੱਤੇ ਸਿੱਟਾ ਨਿਕਲਿਆ ਜਾਏਗਾ। ਲੇਕਿਨ ਜੇ ਅਸੀਂ ਗੱਲ ਕਰੀਏ, ਦੇਖੋ ਅੱਜ ਦਾ ਜਿਹੜਾ ਇਹਨਾਂ ਦਾ ਬੰਦ ਹੈ, ਅਸੀਂ ਕਿਸਾਨਾਂ ਦੇ ਨਾਲ ਸਾਡੇ ਸਤਿਕਾਰਯੋਗ ਨੇ ਕਿਸਾਨ, ਅੰਨਦਾਤਾ ਨੇ ਇਸ ਮੁਲਕ ਦੇ। ਜੇ ਅਸੀਂ ਇੰਨੀ ਗੱਲ ਕਹੀਏ ਕਿ ਧਰਤੀ ਦੇ ਉੱਤੇ ਜਿਹੜਾ ਤੁਹਾਨੂੰ ਪਾਲਦਾ ਵਾ ਉਹ ਰੱਬ ਦਾ ਦੂਸਰਾ ਰੂਪ ਆ, ਤੇ ਉਹ ਕਿਸਾਨ ਨੂੰ ਅਸੀਂ ਮੰਨਦੇ ਹਾਂ। ਲੇਕਿਨ ਜਿਹੜੀਆਂ ਇਹ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਕ੍ਰੀਏਟ ਹੋ ਗਈਆਂ ਨੇ ਔਰ ਪੂਰੀ ਤੌਰ ਦੇ ਉੱਤੇ ਮੇਰੀਆਂ ਦੂਸਰੀਆਂ ਰਾਜਨੀਤਿਕ ਪਾਰਟੀਆਂ ਨਾਲ ਮਤਭੇਦ ਹੋ ਸਕਦਾ ਵਾ, ਉਹਨਾਂ ਦੀ ਆਈਡੀਓਲੋਜੀ ਨਾਲ ਥੋੜਾ ਜਿਹਾ ਮਤਭੇਦ ਹੋ ਸਕਦਾ, ਲੇਕਿਨ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਦੂਸਰੀਆਂ ਪਾਰਟੀ ਦੇ ਨਾਲ। ਸੋ ਜਿੰਨੇ ਵੀ ਮੇਰੇ ਵੀਰ ਦੂਸਰੀ ਪਾਰਟੀ ਦੇ ਬੈਠੇ ਹੋਏ ਨੇ, ਮੈਂ ਸਤਿਕਾਰਯੋਗ ਨੇ ਮੇਰੇ ਵਾਸਤੇ। ਮੈਂ ਇੱਥੇ ਇਹੋ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਕਮ ਸੇ ਕਮ ਕਿਸਾਨਾਂ ਦੇ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਾ ਕਰੀਏ, ਕਿਉਂਕਿ ਜੋ ਅੱਜ ਹੁੰਦਾ ਨਜ਼ਰ ਆ ਰਿਹਾ ਵਾ ਸਾਡੇ ਕਿਸਾਨਾਂ ਨੂੰ, ਉਹਨਾਂ ਨੂੰ ਇਸ ਬਿੱਲਸ ਦੇ ਬਾਰੇ ਪੂਰੀ ਜਾਣਕਾਰੀ ਅਸੀਂ ਦਿੰਦੇ ਪਏ ਹਾਂ। ਡੋਰ ਟੂ ਡੋਰ ਸਾਡੀ ਕੈਂਪੇਨ ਵੀ ਚੱਲ ਰਹੀ ਹੈ ਔਰ ਬਿਲਕੁਲ ਗਲਤ ਖਿਆਲਾਤ ਔਰ ਤੁਸੀਂ ਜਿਹੜੇ ਬਿਆਨਬਾਜ਼ੀ ਕਈ ਵਾਰੀ ਕਰਦੇ ਹੋ, ਸਾਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦਿੰਦੇ। ਸਾਡੇ ਕਿਸਾਨ ਜਥੇਬੰਦੀਆਂ ਜਿਹੜੀਆਂ ਬੀਜੇਪੀ ਨਾਲ ਸੰਬੰਧ ਰੱਖਣ ਵਾਲੇ ਸਾਡੇ ਵਰਗ ਨੇ, ਉਹ ਕਿਸਾਨਾਂ ਵਿੱਚ ਜਾ ਕੇ ਵੀ ਆਪਣੀ ਗੱਲ ਰੱਖ ਰਹੇ ਨੇ ਔਰ ਬਿਲਸ ਬਾਰੇ ਦੱਸ। ਠੀਕ, ਕੁਝ ਮਤਭੇਦ ਹੈਗਾ ਵਾ, ਕੁਝ ਉਹਨਾਂ ਨੂੰ ਮੰਗਾਂ ਸਾਡੀਆਂ, ਕੁਝ ਸਾਡੀ ਜਿਹੜੇ ਵਿਚਾਰ ਨੇ ਜਾਂ ਜਿਹੜੇ ਉਹਦੇ ਵਿੱਚ ਕੁਝ ਇਸ਼ੂਜ਼ ਹੈਗੇ ਨੇ, ਉਹਨਾਂ ਨੇ ਸਾਡੇ ਨਾਲ ਡਿਸਕਸ ਕੀਤੇ ਸਤਿਕਾਰਯੋਗ ਜਿਹੜੀਆਂ ਜਥੇਬੰਦੀਆਂ ਨੇ। ਲੇਕਿਨ ਅਸੀਂ ਉਹਨੂੰ ਬਿਲਕੁਲ ਠੀਕ ਕਰਨ ਦੀ ਜਲਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਜਦ ਕਾਨੂੰਨ ਵਾਪਸ ਨਹੀਂ ਹੋਣਗੇ, ਇੰਨੀ ਗੱਲ ਕਹੀ ਗਈ ਆ, ਕਿਉਂਕਿ ਇੱਕ ਕਾਨੂੰਨ ਜਦੋਂ ਬਣਦੇ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਉਸ ਪਾਰਟੀ ਦੀ, ਉਸ ਮੁਲਕ ਦੀ ਇੱਕ ਮਜ਼ਬੂਤ ਛਵੀ ਜਾਂਦੀ ਹੈ, ਜਿਸ ਦੇ ਨਾਲ ਸਾਡੇ ਦੂਸਰੇ ਮੁਲਕਾਂ ਦੇ ਵਿੱਚ ਸਾਡੇ ਰਾਜਨੀਤਿਕ, ਸਾਡੇ ਆਰਥਿਕ, ਸਾਡੇ ਸੰਸਕ੍ਰਿਤਿਕ, ਸਾਡੇ ਟ੍ਰੇਡ ਟਰਮਸ ਸਟਰੋਂਗ ਹੁੰਦੇ ਨੇ। ਦੂਸਰੇ ਮੁਲਕ ਸਾਡੇ ਨਾਲ ਸੰਬੰਧ ਸਾਬਤ ਕਰਦੇ ਨੇ ਕਿ ਇਹ ਇੱਕ ਸਟਰੋਂਗ ਪਾਰਟੀ ਆ ਔਰ ਇਸ ਪਾਰਟੀ ਨਾਲ ਜੁੜ ਕੇ ਅਸੀਂ ਕੁਝ ਇਨਵੈਸਟਮੈਂਟ ਕਰਾਂਗੇ ਜਾਂ ਇਹਨਾਂ ਦੀ ਇਨਵੈਸਟਮੈਂਟ ਲਵਾਂਗੇ, ਸਾਡੇ ਇੰਟਰਨੈਸ਼ਨਲ ਲੈਵਲ ਦੇ ਉੱਤੇ
ਜਿਹੜੀ ਪਾਰਟੀ ਕਾਨੂੰਨ ਬਣਾਉਣ ਦਾ ਮਾਧਾ ਰੱਖਦੀ ਆ ਉਹ ਇੱਕ ਵਧੀਆ ਮੈਸੇਜ ਲੈ ਕੇ ਜਾਂਦੀ ਆ, ਸਟਰੋਂਗ ਹੁੰਦੀ ਹੈ ਸਾਡੀ ਪਾਰਟੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਕੇ। ਬਾਕੀ ਕਿਸਾਨਾਂ ਦੇ ਮੁੱਦੇ ਉੱਤੇ ਅਸੀਂ ਅੱਜ ਵੀ ਕਿਸਾਨਾਂ ਨਾਲ ਗੱਲ ਕਰਨ ਵਾਸਤੇ ਰੈਡੀ ਬੈਠੇ ਹਾਂ। ਸਤਿਕਾਰਯੋਗ ਨੇ ਕਿਸਾਨ ਸਾਡੇ ਵਾਸਤੇ, ਔਰ ਜੇਕਰ ਦੂਸਰੀ ਪਾਰਟੀਆਂ ਉਹਨਾਂ ਨੂੰ ਸਪੋਰਟ ਵੀ ਕਰਦੀ ਪਈ ਹੈ ਤਾਂ ਮੈਂ ਬਸ ਇਹੋ ਗੱਲ ਕਹਿੰਦਾ ਕਿ ਰਾਜਨੀਤੀ ਤੋਂ ਉੱਠ ਕੇ ਥੋੜਾ ਜਿੰਨਾ ਅਸੀਂ ਕਿਸਾਨਾਂ ਨਾਲ ਕਰੀਏ, ਕਿਉਂਕਿ ਕਿਸਾਨ ਕਿਸੇ ਰਾਜਨੀਤਿਕ ਪਾਰਟੀ ਵੱਲ ਝੁਕਾਵ ਤੇ ਜ਼ਰੂਰ ਰੱਖ ਸਕਦੇ ਨੇ, ਪਰ ਕਿਸਾਨਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਨਹੀਂ ਹੈਗੀਆਂ। ਅਸੀਂ ਕਿਸਾਨਾਂ ਦੇ ਇਮੋਸ਼ਨਸ ਨੂੰ ਇੱਧਰ ਉੱਧਰ ਨਾ ਕਰਕੇ ਇੱਕ ਪਲੇਟਫਾਰਮ ਤੇ ਲਿਆ ਕੇ ਅਸੀਂ ਇਹਦਾ ਨਿਪਟਾਰਾ ਕਰੀਏ, ਤਾਂ ਕਿ ਜਿੰਨੀ ਜਲਦੀ ਹੋ ਸਕੇ ਇਹ ਪੰਜਾਬ ਦੀਆਂ ਠੰਡੀਆਂ ਹਵਾਵਾਂ ਦੇ ਵਿੱਚ ਆਉਣ ਵਾਪਸ, ਔਰ ਆਪਣੇ ਖੇਤਾਂ ਦੇ ਵੱਲ ਜਾਣ। ਜਿਹੜੇ ਇਹ ਸਾਡੇ ਕਾਨੂੰਨ ਹੈਗੇ ਨੇ, ਅਸੀਂ ਬਾਰ-ਬਾਰ ਇੱਕੋ ਚੀਜ਼ ਦੇ ਉੱਤੇ ਗੱਲ ਕਰਦੇ ਪਏ ਹਾਂ, ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਬਣਾਏ ਗਏ ਨੇ। ਇਸ ਦੇ ਨਾਲ ਜਿਹੜੀਆਂ ਵਪਾਰਕ ਚੀਜ਼ਾਂ ਸਟਰੋਂਗ ਹੁੰਦੀਆਂ ਨੇ ਸਾਡੀਆਂ ਫਸਲਾਂ ਨੂੰ ਲੈ ਕੇ, ਉਹਦੇ ਉੱਤੇ ਬੜਾ ਪੋਜ਼ਿਟਿਵ ਅਸਰ ਪਏਗਾ। ਬਾਕੀ ਠੀਕ ਅਸੀਂ ਮੰਨਦੇ ਹਾਂ ਕਿ ਬਾਕੀ ਪੋਲੀਟੀਕਲ ਪਾਰਟੀਆਂ ਨੇ ਆਪਣੀ ਮਾਈਲੇਜ ਲੈਣੀ ਹੁੰਦੀ ਆ, ਜਾਂ ਉਹਨਾਂ ਦੇ ਕੁਝ ਜਥੇਬੰਦੀਆਂ ਦੇ ਆਪਣੀ ਵਿਚਾਰਧਾਰਾ ਬਾਰੇ ਬੰਦੇ ਵੀ ਇਸ ਜਿਹੜੇ ਐਜੀਟੇਸ਼ਨ ਵਿੱਚ ਜੁੜੇ ਨੇ। ਕੋਈ ਗੱਲ ਨਹੀਂ ਹੈਗੀ, ਸਾਡਾ ਮਤਭੇਦ ਜ਼ਰੂਰ ਰਹੇਗਾ, ਲੇਕਿਨ ਅਸੀਂ ਕਿਸੇ ਵੀ ਤਰ੍ਹਾਂ ਦੀ ਅਸੀਂ ਕੋਈ ਦੁਸ਼ਮਣੀ ਨਹੀਂ ਜ਼ਾਹਰ ਕਰਦੇ ਆਪਣੇ ਵਿਚਾਰਾਂ ਦੇ ਵਿੱਚ। ਹਾਂ, ਕਿਸਾਨਾਂ ਦੇ ਵਾਸਤੇ ਮੋਦੀ ਸਰਕਾਰ, ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ, ਔਰ ਉਸ ਦੇ ਨਾਲ ਕੇਂਦਰ ਸਰਕਾਰ ਜਿਹੜੀ ਹੈਗੀ ਆ, ਉਹ ਬਿਲਕੁਲ ਉਹਨਾਂ ਦੇ ਹਿੱਤ ਵਾਸਤੇ ਕੰਮ ਕਰਦੀ ਪਈ ਆ। ਬਾਕੀ ਕੁਝ ਵੀ ਜਿਹੜੇ ਵਿਚਾਰ ਰੱਖੇ ਸੀਗੇ ਉਹਨਾਂ ਦੇ ਉੱਤੇ ਚਰਚਾ ਕੀਤੀ ਗਈ। ਅਸੀਂ ਸਵੇਰੇ ਇਹਨਾਂ ਨੂੰ ਸੱਦਾ ਦਿੱਤਾ ਵਾ ਕਿ ਤੁਸੀਂ ਆਓ, ਆਪਣੀ ਜਿਹੜੀ ਗੱਲਬਾਤ ਹੈਗੀ ਇਹਨੂੰ ਕਰਕੇ ਨਿਬੇੜਾ ਕਰੀਏ। ਲੇਕਿਨ ਇੱਕ ਗੱਲ ਇਹ ਮੰਨ ਕੇ ਚੱਲੋ ਕਿ ਇਸ ਜਿਹੜੇ ਵਿਚਾਰ ਹੈਗੇ ਨੇ, ਜਿਹੜੇ ਤੁਸੀਂ ਉਹ ਬੜੇ ਸਤਿਕਾਰ ਨਾਲ ਰੱਖੀਏ। ਔਰ ਜਿਹੜੇ ਕਿਸਾਨੀ ਬਿੱਲ ਹੈਗੇ ਨੇ, ਇਹਦੇ ਉੱਤੇ ਸੁਪਰੀਮ ਕੋਰਟ ਨੇ ਵੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਰੋਕ ਲਗਾਈ ਹੋਈ ਆ। ਸੋ ਕਾਹਦਾ ਰੌਲਾ ਇਹਦੇ ਵਿੱਚ ਹੈਗਾ? ਠੀਕ ਆ, ਬਾਕੀ ਅਸੀਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਹੱਥ ਜੋੜ ਕੇ ਸਤਿਕਾਰ ਨਾਲ ਕਿਸਾਨਾਂ ਦਾ ਵੈਲਕਮ ਕਰਾਂਗੇ ਕਿ ਤੁਸੀਂ ਆਓ ਤੇ ਸਾਡੇ ਨਾਲ ਗੱਲਬਾਤ ਕਰੋ। ਔਰ ਜਿਸ ਤਰ੍ਹਾਂ ਤੁਸੀਂ ਗੱਲਬਾਤ ਕਰਦੇ ਇਸੇ ਸਾਡੇ ਨਾਲ, ਅਸੀਂ ਉਦਾਂ ਦੀਆਂ ਗੱਲਾਂ ਨੂੰ ਸੋਲਵ ਕਰਕੇ ਕਾਫੀ ਹੱਦ ਤੱਕ, ਕਾਫੀ ਦੂਰ ਤੱਕ ਪਹੁੰਚ ਗਏ ਹਾਂ। ਉਮੀਦ ਕਰਦੇ ਹਾਂ ਜਲਦੀ ਅਸੀਂ ਇਸ ਪ੍ਰੋਬਲਮ ਨੂੰ ਸੋਲਵ ਕਰਾਂਗੇ। ਅਕਾਲੀ ਦਲ ਦਾ ਕਮੈਂਟ ਲੈਣਾ ਹੈ ਤੇ ਮੈਂ ਤੁਹਾਡੇ ਕੋਲ ਦੁਬਾਰਾ ਆਣਾ, ਸਾਰੇ ਪੈਨਲਿਸਟ ਜਿਹੜੇ ਬਾਕੀ ਨੇ ਉਹਨਾਂ ਦੇ ਵੀ ਆਪਾਂ ਵਿਚਾਰ ਜਾਣ ਲਈਏ। ਅਰਸ਼ਦੀਪ ਜੀ, ਤੁਹਾਡਾ ਓਪਨਿੰਗ ਕਮੈਂਟ ਇਸੇ ਤੇ ਜੀ। ਅਰਸ਼ਦੀਪ ਜੀ। ਭਾਰਦਵਾਜ ਸਾਹਿਬ, ਦੇਖੋ ਚੇਤਨ ਜੀ ਨੇ ਗੱਲਾਂ ਤਾਂ ਬਹੁਤ ਸੋਹਣੀਆਂ ਕੀਤੀਆਂ, ਪਰ ਅੱਜ ਮੈਂ ਇਹਨਾਂ ਨੂੰ ਯਾਦ ਕਰਾ ਦਿਆਂ ਕਿ ਇਹ ਕਹਿੰਦੇ ਨੇ ਕਿ ਮਜ਼ਬੂਤੀ ਇਸ ਚੀਜ਼ ਦੇ ਵਿੱਚ ਹੈ ਕਿ ਕੋਈ ਕਾਨੂੰਨ ਲੈ ਕੇ ਵਾਪਸ ਨਾ ਲਿਆ ਜਾਵੇ। ਮੈਨੂੰ ਨਹੀਂ, ਮੇਰੇ ਭਰਾ ਦੀ ਗੱਲ ਚੰਗੀ ਲੱਗੀ, ਮਜ਼ਬੂਤੀ ਡੈਮੋਕ੍ਰੇਸੀ ਦੀ। ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹਾਂ, ਤਾਂ ਉਸ ਡੈਮੋਕ੍ਰੇਸੀ ਦੀ ਖੂਬਸੂਰਤੀ, ਮਜ਼ਬੂਤੀ ਇਹ ਹੋਣੀ ਚਾਹੀਦੀ ਹੈ ਕਿ ਲੋਕਾਂ ਦੀ ਰਾਏ ਦੇ ਨਾਲ ਪੂਰੇ ਫੈਸਲੇ ਲਏ ਜਾਣੇ ਚਾਹੀਦੇ ਨੇ। ਔਰ ਜਿਸ ਤਰੀਕੇ ਦਾ ਅੱਜ ਇੱਕ ਮਾਹੌਲ ਦੇਸ਼ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਬਣਿਆ ਹੋਇਆ ਹੈ, ਔਰ ਜੋ ਅੱਜ ਭਾਰਤ ਬੰਦ ਨੂੰ ਤੁਸੀਂ ਦੇਖਿਆ ਹੋਣਾ ਕਿ ਸਾਰੇ ਦੇਸ਼ ਨੇ ਜਿਸ ਤਰੀਕੇ ਦਾ ਸਮਰਥਨ ਦਿੱਤਾ ਹੈ, ਤਾਂ ਮੋਦੀ ਸਰਕਾਰ ਨੂੰ ਹੁਣ ਆਪਣੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਔਰ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਕੇ, ਇਹਨਾਂ ਨੂੰ ਕੋਈ ਨਹੀਂ ਰੋਕ ਰਿਹਾ, ਨਵੇਂ ਸਿਰੇ ਤੋਂ ਕਾਨੂੰਨ ਬਣਾ ਲੈਣ ਕਿਸਾਨ ਜਥੇਬੰਦੀਆਂ ਨਾਲ, ਇਕੋਨੋਮਿਸਟ ਨਾਲ, ਐਗਰੀਕਲਚਰਿਸਟ ਨਾਲ ਵਿੱਚ ਬਿਠਾ ਕੇ ਕਮੇਟੀਆਂ ਬਣਾ ਕੇ। ਕਿਉਂਕਿ ਜਦੋਂ ਇਹ ਖੁਦ ਮੰਨਦੇ ਨੇ ਕਿ ਇਹ ਕਾਨੂੰਨਾਂ ਨੂੰ ਇਹ 2 ਸਾਲ ਤੱਕ ਹੋਲਡ ਕਰਨ ਨੂੰ ਤਿਆਰ ਨੇ, ਜਦੋਂ ਇਹ ਖੁਦ ਮੰਨਦੇ ਨੇ ਕਿ ਸਾਰਾ ਕਾਨੂੰਨ ਬਦਲ ਦਿੱਤਾ ਜਾਵੇ, ਸਿਰਫ ਖਾਲੀ ਡੱਬਾ ਰਹਿਣ ਦਿੱਤਾ ਜਾਵੇ, ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਰਕਾਰ ਨੂੰ ਇੰਨਾ ਜ਼ਿਆਦਾ ਜ਼ਿੱਦ ਦੇ ਵਿੱਚ ਆ ਜਾਣਾ ਚਾਹੀਦਾ ਹੈ। ਕਿਉਂਕਿ 550 ਤੋਂ ਉੱਤੇ ਕਿਸਾਨਾਂ ਦੀ ਸ਼ਹੀਦੀ ਹੋ ਚੁੱਕੀ ਹੈ। ਕਰੋਨਾ ਦੀਆਂ 2 ਵੇਵਜ਼ ਉਹਦੇ ਵਿੱਚੋਂ ਲੰਘ ਚੁੱਕੀਆਂ ਨੇ। ਔਰ ਅਸੀਂ ਜਿੱਥੇ ਇਹ ਗੱਲ ਕਹਿੰਦੇ ਆ ਵਾਰ-ਵਾਰ ਕਿ ਜੀ ਅਸੀਂ ਜਾਨਾਂ ਦੀ ਕੀਮਤ ਕਰਦੇ ਹਾਂ, ਤਾਂ ਫਿਰ ਸਾਡੇ ਲੋਕਾਂ ਦੀ ਜਾਨਾਂ ਦੀ ਕੀਮਤ ਤੋਂ ਉੱਪਰ ਤਾਂ ਕੋਈ ਕਾਨੂੰਨ ਨਹੀਂ ਹੈਗਾ। ਅਗਰ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਵੀ ਸਰਕਾਰ ਏਡੀ ਵੱਡੀ ਜ਼ਿੱਦ ਦਿਖਾਉਂਦੀ ਹੈ, ਤਾਂ ਮੈਨੂੰ ਲੱਗਦਾ ਹੈ ਡੈਮੋਕ੍ਰੇਸੀ ਨਹੀਂ, ਕਿਉਂਕਿ ਡੈਮੋਕ੍ਰੇਸੀ ਦਾ ਸਭ ਤੋਂ ਮਜ਼ਬੂਤ ਜਿਹੜਾ ਥੰਮ ਹੈ ਉਹ ਕੋਰਸ ਕਰੈਕਸ਼ਨ ਦਾ। ਅਗਰ ਸਾਨੂੰ ਲੱਗਦਾ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ, ਤਾਂ ਗਲਤੀ ਸੁਧਾਰਨ ਦੇ ਵਿੱਚ ਮੈਨੂੰ ਲੱਗਦਾ ਕੋਈ ਹੇਠੀ ਨਹੀਂ ਹੋ ਜਾਂਦੀ। ਸੋ ਮੋਦੀ ਸਰਕਾਰ ਨੂੰ ਜਨ ਭਾਵਨਾ ਦੇਖਦੇ ਹੋਏ, ਲੋਕਾਂ ਦਾ ਔਰ ਕਿਸਾਨੀ ਹਿੱਤ ਦੇਖਦੇ ਹੋਏ ਇਹ ਕਾਲੇ ਕਾਨੂੰਨ ਫੌਰਨ ਰੱਦ ਕਰਨੇ ਚਾਹੀਦੇ ਨੇ, ਔਰ ਤਾਂ ਕਿ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤਣ। MSP ਦੀ ਗਰੰਟੀ ਕਾਨੂੰਨ ਬਣਾਵੇ MSP ਦੇ ਉੱਤੇ, ਔਰ ਖਰੀਦ ਨੂੰ ਯਕੀਨੀ ਬਣਾਵੇ। ਇਹੀ ਸਾਡੀਆਂ 3 ਮੇਨ ਮੰਗਾਂ ਨੇ, ਔਰ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਆਪਣੇ ਘਰ ਭੇਜਣਾ ਚਾਹੀਦਾ। ਠੀਕ ਹੈ ਜੀ, ਠੀਕ ਹੈ। ਆਮ ਆਦਮੀ ਪਾਰਟੀ ਦਾ ਵੀ ਆਪਾਂ ਓਪਨਿੰਗ ਰਿਮਾਰਕਸ ਲੈ ਲਈਏ। ਮਲਹੋਤਰਾ ਸਾਹਿਬ। ਅਨਿਲ ਜੀ, ਦੇਖੋ ਅੱਜ 1 ਸਾਲ ਹੋ ਗਿਆ ਇਹਨਾਂ ਕਾਨੂੰਨਾਂ ਨੂੰ ਬਣਿਆ, ਔਰ ਪਿਛਲੇ ਕਰੀਬ 8-9 ਮਹੀਨੇ ਤੋਂ 9-10 ਮਹੀਨੇ ਤੋਂ ਸਾਡੇ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠੇ ਹੈ। 600 ਤੋਂ ਵੱਧ ਮੌਤਾਂ ਉੱਥੇ ਹੋ ਚੁੱਕੀਆਂ, ਸ਼ਹਾਦਤਾਂ ਉੱਥੇ ਹੋ ਚੁੱਕੀਆਂ। ਸਰਦੀਆਂ ਉਹਨਾਂ ਨੇ ਉੱਥੇ ਕੱਟੀਆਂ, ਗਰਮੀਆਂ ਉਹਨਾਂ ਨੇ ਉੱਥੇ ਕੱਟੀਆਂ, ਬਰਸਾਤਾਂ ਉਹਨਾਂ ਨੇ ਉੱਥੇ ਕੱਟੀਆਂ। ਔਰ ਕੇਂਦਰ ਸਰਕਾਰ ਇਸ ਸਮੇਂ ਹਾਲਾਤ ਇਹ ਹੈ ਕਿ ਉਹਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ। ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਇਸ ਪਹਾੜ ਵਰਗੀ
ਸਿਚੁਏਸ਼ਨ ਨੂੰ ਭਾਜਪਾ ਦੇ ਜਿਹੜੇ ਪ੍ਰਵਕਤਾ ਨੇ ਉਹ ਰਾਈ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੜੇ ਅਫਸੋਸ ਦੀ ਗੱਲ ਹੈ, ਯਾਨੀ ਕਿ ਦੇਸ਼ ਭਰ ਦੇ ਕਰੋੜਾਂ ਕਿਸਾਨਾਂ ਲਈ ਇਹਨਾਂ ਨੇ ਇੰਨੀ ਵੱਡੀ ਮੁਸੀਬਤ ਖੜੀ ਕਰਤੀ ਤੇ ਉਸ ਨੂੰ ਐ ਪੇਸ਼ ਕਰ ਰਹੇ ਜਿਵੇਂ ਕੋਈ ਗੱਲ ਹੀ ਨਹੀਂ ਹੈ। ਇਹ ਕਹਿੰਦੇ ਕਿ ਜੀ ਸਾਡੇ ਕਿਸਾਨ ਜਿਹੜੇ ਸਾਡੇ ਰੱਬ ਦੇ ਬਰਾਬਰ ਹੈ। ਕੀ ਤੁਸੀਂ ਉਹਨਾਂ ਨੂੰ ਰੱਬ ਦੇ ਬਰਾਬਰ? ਤੁਹਾਡੇ ਕਹਿਣ ਦੇ ਨਾਲ ਇੱਕ ਮਿੰਟ ਜੀ, ਹੁਣ ਸੁਣ ਲਓ ਜੋਸ਼ੀ ਸਾਹਿਬ ਸੁਣ ਲਓ। ਨਹੀਂ ਮਲਹੋਤਰਾ ਸਾਹਿਬ ਆ ਰਹੇ ਸਾਡੀਆਂ ਜੋਸ਼ੀ ਸਾਹਿਬ ਤੁਹਾਡੇ ਕੋਲ ਆ ਰਹੇ ਹਾਂ। ਜੋਸ਼ੀ ਸਾਹਿਬ ਕੋਲ ਕਮੈਂਟ ਆ ਤੁਹਾਡਾ ਵੀ ਰਿਹਾ। ਸਤਿਕਾਰ ਕਰਦੇ ਆ, ਇਦਾਂ ਨਾ ਤੁਹਾਡੀ ਵਾਰੀ ਅਸੀਂ ਮਲਹੋਤਰਾ ਜੀ ਤੁਹਾਡਾ ਵੀ ਸਤਿਕਾਰ ਕਰਦੇ ਆ। ਕਾਈਂਡਲੀ ਜੋਸ਼ੀ ਸਾਹਿਬ ਹਾਂਜੀ ਤੁਹਾਡਾ ਵੀ ਸਤਿਕਾਰ ਹੈ ਸਾਡੇ ਮਨ ਦੇ ਵਿੱਚ ਆ ਰਿਹਾ ਕੋਈ ਐਸੀ ਕਮੈਂਟ ਗੱਲ ਆ ਨਹੀਂ। ਰਿਹਾ, ਤੁਸੀਂ ਜਵਾਬ ਦੇ ਜੀ ਲਿਓ। ਪਲੀਜ਼ ਹਾਂਜੀ ਤੁਸੀਂ ਕੰਟੀਨਿਊ ਕਰੋ। ਜਿਸ ਇਨਸਾਨ ਨੂੰ ਜਾਂ ਜਿਸ ਵਰਗ ਨੂੰ ਤੁਸੀਂ ਰੱਬ ਦੇ ਬਰਾਬਰ ਸਮਝਦੇ ਹੋ ਉਸ ਦਾ ਤੁਸੀਂ ਇਸ ਤਰ੍ਹਾਂ ਤਿਰਸਕਾਰ ਕਰਦੇ ਹੋ। ਸਰ ਤੁਸੀਂ ਰਾਜਨੀਤੀ ਕਰ ਰਹੇ ਹੋ। ਇੱਕ ਮਿੰਟ ਰਾਜਨੀਤੀ ਨਹੀਂ, ਸੱਚ ਬੋਲਾਂਗੇ ਅਸੀਂ। ਫਿਰ ਤੁਸੀਂ ਕਹਿੰਦੇ ਕਿ ਜੀ ਕੁਝ ਇਸ਼ੂਜ਼ ਹੈਗੇ, ਕੁਝ ਇਸ਼ੂਜ਼ ਕਿੱਥੇ ਹੈਗੇ? ਜਿਹੜੇ ਸਾਰੇ ਕਿਸਾਨ ਹੀ ਸੌਰੀ ਸਾਰੇ ਜਿਹੜੇ ਕਰਨ ਫਾਰਮ ਲਾਜ਼ ਹੈਗੇ ਜਾਂ ਖੇਤੀ ਕਾਨੂੰਨ ਹੈ, ਇਹੀ ਸਰ ਗੱਲ ਹੈ। ਕਿਸਾਨ ਕਹਿੰਦੇ ਕਿ ਇਹਨਾਂ ਨੂੰ ਖਤਮ ਕਰੋ। ਡਿਸਕਸ਼ਨ ਕਰਨ ਤਾਂ ਸਰਕਾਰ ਹੀ ਪਲੀਜ਼ ਸੁਣ ਲਓ ਹੁਣ। ਪਲੀਜ਼ ਜੋਸ਼ੀ ਜੀ ਪਲੀਜ਼ ਸੁਣ ਲਓ, ਸੁਣਨ ਦਾ ਵਾਅਦਾ ਰੱਖੋ। ਜੀ ਸਰ, ਤੁਸੀਂ ਕਹਿੰਦੇ ਹੋ ਜੀ ਦੂਜੇ ਮੁਲਕਾਂ 'ਚ ਸਾਡੀ ਮਜ਼ਬੂਤ ਛਵੀ ਜਾਂਦੀ ਹੈ, ਜਾਂਦੀ ਹੈ ਜੀ। ਆਪਣੇ ਘਰ ਦੇ ਬੰਦਿਆਂ ਨੂੰ ਰੋਲ ਕੇ ਤੁਸੀਂ ਦੂਜੇ ਮੁਲਕਾਂ ਨੂੰ ਮਜ਼ਬੂਤ ਛਵੀ ਗਲਤ ਦਿਖਾਣੀ ਬੋਲ ਰਹੇ ਹੈ। ਤੁਸੀਂ ਇੱਥੇ। ਚੇਤਨ ਜੀ ਤੁਹਾਡਾ ਟਾਈਮ ਆਣਾ ਗੱਲ ਕਰਾਂ ਜੀ। ਜਨਾਬ ਸਿਰਫ 7 ਤੇ 9 ਪੇਜ ਦੇ 3 ਕਾਨੂੰਨ ਨਹੀਂ ਹੈ। ਆਣੀ, ਉਹਨਾਂ ਦੀ 9 ਸਮਝ ਨਹੀਂ ਆਣੀ ਪੇਜ ਦੇ ਤੁਹਾਡੀ। ਸਿਰਫ 9 ਆਪਾਂ ਪੇਜ ਉਹਨੂੰ ਗੱਲ ਕਰ ਲੈਣ ਦਿਓ, ਫਿਰ 3 ਤੁਸੀਂ ਕਾਨੂੰਨ ਸਮਝਾ ਹੈ। ਔਰ ਸਾਡੇ ਅੱਜ ਦੇ ਕਿਸਾਨ ਜਿਹੜੇ ਆਪ ਵੀ ਪੜ੍ਹੇ ਲਿਖੇ ਹੈ, ਉਹਨਾਂ ਦੇ ਬੱਚੇ ਵੀ ਪੜ੍ਹੇ ਲਿਖੇ ਹੈ, ਉਹਨਾਂ ਬੱਚਿਆਂ ਦੇ ਬੱਚੇ ਵੀ ਪੜ੍ਹੇ ਲਿਖੇ ਹੈ। ਉਹ ਜੱਜ ਵੀ ਹੈਗੇ ਆ, ਵਕੀਲ ਵੀ ਹੈਗੇ ਆ, IAS ਵੀ ਹੈਗੇ ਆ, IPS ਵੀ ਹੈਗੇ ਆ, ਹੋਰ ਸਾਰਾ ਕੁਝ ਉਹ ਜਾਣਦੇ ਆ। ਤੁਸੀਂ ਕੀ ਸਮਝਦੇ ਹੋ ਕਿ ਉਹ 9 ਪੇਜ ਨਹੀਂ ਸਮਝ ਸਕਦੇ? ਪਲੀਜ਼ ਰੱਬ ਦਾ ਵਾਸਤਾ ਹੈ, ਜੇ ਤੁਸੀਂ ਵਾਕਈ ਲੋਕਾਂ ਦੀਆਂ ਵੋਟਾਂ ਲੈ ਕੇ ਆਏ ਹੋ ਤਾਂ ਲੋਕਾਂ ਦੀ ਗੱਲ ਸੁਣੋ ਤੇ ਕਾਨੂੰਨ ਰੱਦ ਕਰੋ ਔਰ ਭਾਰਤ ਦੇ ਲੋਕਤੰਤਰ ਨੂੰ ਸਾਰੀ ਦੁਨੀਆ 'ਚ ਇਸ ਤਰ੍ਹਾਂ ਸ਼ਰਮਿੰਦਾ ਨਾ ਕਰੋ। ਬੇਨਤੀ ਹੈ ਤੁਹਾਡੇ ਅੱਗੇ। ਠੀਕ ਹੈ ਮਲਹੋਤਰਾ ਸਾਹਿਬ। ਅੰਮ੍ਰਿਤ ਜੀ, ਸਾਰੀ ਗੱਲ ਸੁਣੀ ਤੁਸੀਂ, ਤਿੰਨੇ ਪਾਰਟੀਆਂ ਦੇ ਨੁਮਾਇੰਦਿਆਂ ਦੀ ਗੱਲ ਆਈ ਹੈ। ਮੇਨ ਜਿਹੜਾ ਇਸ ਵੇਲੇ ਹੈ ਜੀ ਉਹ ਕਾਂਗਰਸ ਦੀ ਸਰਕਾਰ ਹੈ ਪੰਜਾਬ 'ਚ ਔਰ BJP ਦੀ ਸਰਕਾਰ ਹੈ ਸੈਂਟਰ 'ਚ। ਅਕਾਲੀ ਦਲ ਵੱਖ ਹੋ ਚੁੱਕਿਆ NDA ਤੋਂ। ਹੁਣ ਜਿਹੜੀਆਂ ਨਜ਼ਰਾਂ ਹੈਗੀ ਜਾਂ ਤਾਂ ਕੇਂਦਰ ਦੀ NDA ਸਰਕਾਰ 'ਤੇ ਹੈ ਜਾਂ ਫਿਰ ਤੁਹਾਡੀ ਕਾਂਗਰਸ ਗੌਰਮੈਂਟ 'ਤੇ ਹੈ। ਕਾਂਗਰਸ ਗੌਰਮੈਂਟ ਸ਼ੁਰੂ ਤੋਂ ਕਿਸਾਨਾਂ ਦਾ ਪੱਖ ਲੈਂਦੀ ਆ ਰਹੀ ਹੈ, ਉਹਨਾਂ ਦੇ ਨਾਲ ਖੜੀ ਹੈ। ਅੱਜ ਵੀ ਕੈਬਨਿਟ 'ਚ ਇਹ ਗੱਲਬਾਤ ਹੋਈ। ਅੱਜ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕੀਤਾ ਕਿਸਾਨਾਂ ਦੇ ਹੱਕ 'ਚ। ਗੱਲ ਇਹ ਉੱਠ ਰਹੀ ਸੀ ਜਦੋਂ ਇਹ ਚੇਂਜਿਸ ਜੋ ਕਾਂਗਰਸ 'ਚ ਹੋਣੇ ਸੀ, ਉਸ ਟਾਈਮ ਗੱਲਬਾਤ ਆਈ ਕਿ ਤੁਹਾਡੇ PPCC ਪ੍ਰੈਜ਼ੀਡੈਂਟ ਹੋਰਾਂ ਵੱਲੋਂ ਹੀ ਆਉਂਦੀ ਸੀ ਗੱਲ ਕਿ ਮਜ਼ਬੂਤ ਬਿੱਲ ਲਿਆ ਕੇ ਵਿਧਾਨ ਸਭਾ 'ਚ ਅਸੀਂ ਪਾਸ ਕਰਾਂਗੇ ਔਰ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜਾ ਹੈਗਾ ਉਹ ਤੁਰਾਂਗੇ। ਹੁਣ ਚੇਂਜਿਸ ਹੋ ਚੁੱਕੇ हैं, किसान देख रहे हैं स्टेट गवर्नमेंट वाल और सेंट्रल गवर्नमेंट वाल। ਤੁਹਾਡੇ ਓਪਨਿੰਗ ਮਾਰਕਸ ਅਮਰਿਤ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪਹਿਲਾਂ ਤਾਂ ਆਪਾਂ ਜੇ ਹਿਸਟਰੀ ਤੇ ਜਾਈਏ, ਜਦੋਂ ਇਹ 3 ਕਾਲੇ ਕਾਨੂੰਨ ਬਣੇ, ਕਿਸਾਨਾਂ ਨੇ ਸੰਘਰਸ਼ ਸ਼ੁਰੂ ਕੀਤਾ ਤਾਂ ਸ਼ੁਰੂ ਤੋਂ ਲੈ ਕੇ ਕਾਂਗਰਸ ਪਾਰਟੀ ਦਾ ਕਿਸਾਨਾਂ ਨਾਲ ਸਟੈਂਡ ਰਿਹਾ ਪੰਜਾਬ 'ਚ, ਭਾਵੇਂ ਬੀਇੰਗ ਇਨ ਪਾਵਰ। ਸਭ ਤੋਂ ਪਹਿਲਾਂ ਸਾਡੇ MLA ਕੁਲਜੀਤ ਸਿੰਘ ਨਾਗਰਾ ਜੀ ਨੇ ਇਹਨਾਂ 3 ਕਾਲੇ ਕਾਨੂੰਨਾਂ ਦੇ ਖਿਲਾਫ ਆਪਣਾ ਰੈਜ਼ਿਗਨੇਸ਼ਨ ਦਿੱਤਾ ਔਰ ਸੁਨੀਲ ਜਾਖੜ ਜੀ ਬੀਇੰਗ ਦ ਪ੍ਰੈਜ਼ੀਡੈਂਟ ਆਫ PPCC, ਉਹਨਾਂ ਨੇ ਇਹਨਾਂ 3 ਕਾਲੇ ਕਾਨੂੰਨਾਂ ਦੀ ਨਿਖੇਧੀ ਕੀਤੀ। ਫਿਰ ਅਸੀਂ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਇਹਨਾਂ 3 ਕਾਲੇ ਕਾਨੂੰਨਾਂ ਦੇ ਖਿਲਾਫ ਅਮੈਂਡਮੈਂਟ ਪੇਸ਼ ਕਰਕੇ ਗਵਰਨਰ ਨੂੰ ਭੇਜਿਆ, ਜਿਹੜਾ ਪ੍ਰੈਜ਼ੀਡੈਂਟ ਕੋਲੇ ਗਿਆ। ਅੱਜ ਵੀ ਉਹਨਾਂ ਕੋਲੇ ਪਿਆ ਹੈ, ਉਹਦੇ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਜੰਤਰ ਮੰਤਰ ਤੇ ਸਾਡੇ MPs ਦਾ, ਸਾਡੀ ਕਾਂਗਰਸ ਦਾ ਧਰਨਾ ਅੱਜ 10 ਮਹੀਨੇ ਹੋ ਗਏ ਨੇ ਕਿਸਾਨਾਂ ਨੂੰ, ਤੇ 2-4 ਦਿਨ ਹੀ ਘੱਟ ਹੋਣਗੇ ਉਦੋਂ ਦਾ ਉਹ ਧਰਨਾ ਵੀ ਉੱਥੇ ਨਿਰੰਤਰ ਜਾਰੀ ਹੈ। ਕੈਪਟਨ ਅਮਰਿੰਦਰ ਸਿੰਘ ਜੀ 2-3 ਵਾਰ ਜਦੋਂ ਵੀ ਸੈਂਟਰ ਗਏ ਨੇ ਤਾਂ ਉਹਨਾਂ ਨੇ ਮੋਦੀ ਜੀ ਨਾਲ, ਸ਼ਾਹ ਜੀ ਨਾਲ ਰਿਕੁਐਸਟ ਕਰਕੇ ਮੀਟਿੰਗ ਦੇ ਵਿੱਚ ਡਿਸਕਸ਼ਨ ਕੀਤੀ ਹੈ ਕਿ ਇਹ 3 ਕਾਲੇ ਕਾਨੂੰਨ ਜਿਹੜੇ ਨੇ MSP, APMC ਤੇ ਕਮੋਡਿਟੀਜ਼ ਐਕਟ, ਇਹਨਾਂ 3 ਨੂੰ ਵਾਪਸ ਲਿੱਤਾ ਜਾਵੇ। ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ। ਔਰ ਅੱਜ ਸਾਡੇ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਦਾ ਟਵੀਟ ਵੀ ਆਇਆ, ਜਿਨ੍ਹਾਂ ਨੇ ਸੈਂਟਰ ਨੂੰ ਬੇਨਤੀ ਕੀਤੀ ਹੈ ਕਿ ਉਹ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ
ਤਾਂ ਜੋ ਆ ਜਿਹੜਾ ਡੈਡਲੌਕ ਫਾਰਮਰਸ ਦੇ ਵਿੱਚ ਤੇ ਫਾਰਮਰਸ ਤੇ ਸੈਂਟਰ ਦੇ ਵਿੱਚ ਹੋਇਆ ਜਿਹਦੇ ਨਾਲ ਇਕਨੋਮੀ ਨੂੰ ਹਰ ਵਰਗ ਨੂੰ ਨੁਕਸਾਨ ਹੋ ਰਿਹਾ ਹੈ, ਉਸ ਤੋਂ ਬਚਿਆ ਜਾ ਸਕੇ। ਔਰ ਮੈਂ ਕਹਿਣਾ ਚਾਹੁੰਦੀ ਆ ਕਿ ਜੇ ਸੈਂਟਰ ਜੇ ਚਾਹਵੇ ਤਾਂ ਕੀ ਕੁਛ ਨਹੀਂ ਕਰ ਸਕਦਾ। ਜੇ ਸੈਂਟਰ ਲਾਜ਼ ਲਿਆ ਸਕਦਾ ਹੈ, ਕੋਰੋਨਾ ਕਾਲ ਦੇ ਵਿੱਚ ਲਾਜ਼ ਲਿਆ ਸਕਦਾ ਤਾਂ ਵਾਪਸ ਵੀ ਲੈ ਸਕਦਾ ਹੈ। ਔਰ ਗਵਰਨਮੈਂਟ ਜਿਹੜੀ ਸੈਂਟਰ ਗਵਰਨਮੈਂਟ ਹੈ, ਬੀਜੇਪੀ ਗਵਰਨਮੈਂਟ, ਇਨਫੈਕਟ ਮੋਦੀ ਸ਼ਾਹ ਗਵਰਨਮੈਂਟ ਲੋਕਾਂ ਨੇ ਹੀ ਬਣਾਈ ਹੈ, ਲੋਕਾਂ ਵਿੱਚੋਂ ਹੀ ਨੇ। ਤੇ ਲੋਕਾਂ ਜੇ ਮਾਫੀਜ਼ ਨੂੰ ਪਸੰਦ ਨਹੀਂ ਤੁਹਾਡੇ ਬਿਲਸ, ਉਹਨਾਂ ਨੂੰ ਖਾਮੀਆਂ ਲੱਗਦੀਆਂ ਨੇ, ਆਈਦਰ ਤਾਂ ਤੁਸੀਂ ਉਹਨਾਂ ਨੂੰ ਕਨਵਿੰਸ ਕਰ ਲਓ। 10 ਮਹੀਨੇ ਹੋ ਗਏ ਤੁਹਾਨੂੰ ਕਨਵਿੰਸ ਤਾਂ ਹੋਏ ਨਹੀਂ, ਫਿਰ ਜਾਂ ਤਾਂ ਉਹਨਾਂ ਦੀ ਗੱਲ ਮੰਨ ਲਓ। ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਵੀ ਜੋ ਵੀ ਹੈ, ਜਿੰਨੇ ਲਾਜ਼ ਨੇ, ਕਿਸਾਨ ਕਹਿ ਰਹੇ ਨੇ ਸਾਡੇ ਹੱਕ 'ਚ ਨਹੀਂ ਹੈ, ਸਾਨੂੰ ਨੁਕਸਾਨ ਹੈ। ਜਾਂ ਤਾਂ ਤੁਸੀਂ ਆਪਦੇ ਵੱਡੇ ਤੁਹਾਡੇ ਕੋਲ ਐਕਸਪਰਟਸ ਨੇ, ਐਗਰੀਕਲਚਰਲਿਸਟ ਨੇ, ਇਕਨੋਮਿਸਟ ਨੇ, ਉਹਨਾਂ ਨੂੰ ਕਨਵਿੰਸ ਕਰਾਓ। ਫਾਰਮਰਸ ਨੂੰ ਤੁਸੀਂ ਅੰਦੋਲਨ ਜੀਵੀ ਕਹਿੰਦੇ ਹੋ, ਵੀ ਅੰਦੋਲਨ ਦੇ ਉੱਤੇ ਜਿਉਂਦੇ ਨੇ। ਪਹਿਲਾਂ ਤਾਂ ਤੁਸੀਂ ਆਏ ਤੇ ਕਮੈਂਟਸ ਦਿੰਦੇ ਹੋ। ਦੂਜਾ 600 ਕਿਸਾਨ ਆਪਦੀ ਜਾਨ ਤੋਂ ਹੱਥ ਗਵਾ ਬੈਠੇ ਆ। ਪੰਜਾਬ ਗਵਰਨਮੈਂਟ ਉਹਨਾਂ ਨੂੰ 5 ਲੱਖ ਰੁਪਇਆ ਤੇ ਸਰਕਾਰੀ ਨੌਕਰੀ ਵੀ ਦੇ ਰਹੀ ਹੈ ਤੇ ਸੈਂਟਰ ਵੱਲੋਂ ਬੀਜੇਪੀ ਵੱਲੋਂ ਇੱਕ ਵੀ ਸ਼ੋਕ ਮਤਾ ਨਹੀਂ ਆਇਆ। ਮੋਦੀ ਜੀ ਦੂਰ ਤਾਂ ਜਾਏ ਆਉਂਦੇ ਨੇ, ਅਮਰੀਕਾ ਤਾਂ ਜਾਣਾ ਉਹਨਾਂ ਨੂੰ ਯਾਦ ਆ ਗਿਆ। ਦਿੱਲੀ ਦੀ ਬਰੂਹਾਂ ਤੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਕੋਲੇ ਚਲੇ ਜਾਣ। ਅਸੀਂ ਤਾਂ ਅੰਨਦਾਤਾ ਸਾਰਾ ਕੁਝ ਮਿਹਨਤ ਨਾਲ ਕਰਦੇ ਆ। ਜੇ ਉਹ ਪਿਆਰ ਨਾਲ ਆ ਕੇ ਸਾਡੇ ਨਾਲ ਗੱਲ ਕਰਨਗੇ, ਕਿਉਂ? ਸਾਡਾ ਕਿਹੜਾ ਦਿਮਾਗ ਖਰਾਬ ਹੈ ਕਿਸਾਨਾਂ ਦਾ ਵੀ ਅਸੀਂ ਉੱਥੇ ਹੀ ਬੈਠਣਾ ਚਾਹੁੰਦੇ ਆ? ਉੱਥੇ ਡੇਰੇ ਥੋੜੀ ਪਰਮਾਨੈਂਟ ਲਾਉਣੇ ਨੇ। ਸਾਡੀ ਇੱਕ ਸਮੱਸਿਆ ਹੈ, ਜਿਸ ਸਮੱਸਿਆ ਦਾ ਸਮਾਧਾਨ ਸੈਂਟਰ ਹੀ ਕਰ ਸਕਦਾ ਹੈ ਤੇ ਅਸੀਂ ਸੈਂਟਰ ਨੂੰ ਬੇਨਤੀ ਕਰ ਰਹੇ ਹਾਂ। ਔਰ ਐਜ਼ ਅ ਸਟੇਟ ਵੀ ਅਸੀਂ ਸੈਂਟਰ ਤੇ ਨਿਰਭਰ ਆ ਕਿ ਸੈਂਟਰ ਛੇਤੀ ਤੋਂ ਛੇਤੀ ਇਹ 3 ਕਾਲੇ ਕਾਨੂੰਨਾਂ ਨੂੰ ਰੱਦ ਕਰੇ ਤਾਂ ਜੋ ਇਹ ਡੈਡਲੌਕ ਜਿਹੜਾ ਹੈ ਇਹਨੂੰ ਖਤਮ ਕੀਤਾ ਜਾ ਸਕੇ। ਠੀਕ ਹੈ ਅਮਰਿਤ ਜੀ, ਆਨਾ ਤੁਹਾਡੇ ਕੋਲ ਦੁਬਾਰਾ। ਜੋਸ਼ੀ ਸਾਹਿਬ ਪੁਆਇੰਟ ਕਈ ਆ ਗਏ ਜੀ, ਤੁਸੀਂ ਇਹ ਤੇ ਆਪਣਾ ਕਮੈਂਟ ਦੇ ਲਓ। ਇੱਕ ਤਾਂ ਪੁਆਇੰਟ ਜੋ ਪਹਿਲਾਂ ਅਰਸ਼ਦੀਪ ਜੀ ਨੇ ਰੇਜ਼ ਕੀਤੇ ਕਿ ਮੋਦੀ ਸਰਕਾਰ ਜਿੱਦ ਤੇ ਕਿਉਂ ਅੜੀ ਹੋਈ ਹੈ, ਜਿੱਦ ਛੱਡੇ। ਜਦੋਂ ਜਦੋਂ ਹੋਲਡ ਕਰਨ ਨੂੰ ਤਿਆਰ ਹੈ ਤਾਂ ਵਾਪਸ ਲੈਣ 'ਚ ਕੀ ਹਰਜ ਹੈ। ਉਸ ਤੋਂ ਇਲਾਵਾ ਉਹ ਕਹਿੰਦੇ ਜੀ ਗਲਤੀ ਹੋ ਗਈ, ਗਲਤੀ ਸੁਧਾਰ ਲੈਣ ਤੇ MSP ਕਾਨੂੰਨ ਬਣੇ, ਇਹ ਇਸ਼ੂਜ਼ ਆ। ਇਸ ਤੋਂ ਇਲਾਵਾ ਆਪਣੇ ਮਲਹੋਤਰਾ ਸਾਹਿਬ ਦੀ ਗੱਲ ਆਈ ਆ, ਉਹ ਕਹਿੰਦੇ ਵੀ ਰਾਈ ਬਣਾ ਕੇ ਪੇਸ਼ ਕਰ ਰਹੇ ਹੈ ਕਿ ਕੁਝ ਹੈ ਹੀ ਨਹੀਂ ਤਾਂ ਕਿਵੇਂ ਚੱਲੇਗਾ ਜੀ। ਤੇ ਜੋ ਅਮਰਿਤ ਜੀ ਨੇ ਗੱਲ ਕਹੀ ਹੈ ਕਿ ਕਨਵਿੰਸ ਕਰ ਲਓ, ਜਾਂ ਤਾਂ ਉਹਨਾਂ ਨੂੰ ਕਨਵਿੰਸ ਕਰ ਲਓ ਜਾਂ ਦੀ ਜੋ ਪਹਿਲਾਂ ਵੀ ਆਪਾਂ ਗੱਲ ਕਰਦੇ ਹਾਂ, ਜਾਂ ਤਾਂ ਉਹਨਾਂ ਨੂੰ ਮਨਾ ਲਓ ਜਾਂ ਉਹਨਾਂ ਦੀ ਮੰਨ ਲਓ, ਹੈ ਨਾ। ਹੁਣ ਤੁਸੀਂ ਆਪਣੀ ਗੱਲ। ਹਾਂਜੀ, ਮੈਂ ਪਹਿਲਾਂ ਤੇ ਸਾਰਿਆਂ ਦੇ ਜਿੰਨੀਆਂ ਵੀ ਟਿੱਪਣੀਆਂ ਹੋਈਆਂ ਮੈਂ ਉਹਨਾਂ ਦਾ ਸਤਿਕਾਰ ਕਰਦਾ ਤੇ ਇਹਨਾਂ ਸਾਰਿਆਂ ਦੀ ਕੀਤੀ ਗਈ ਜਿਹੜੀ ਆਲੋਚਨਾ ਹੈ, ਕਿਉਂਕਿ ਕ੍ਰਿਟਿਸਿਜ਼ਮ ਇਜ਼ ਦਾ ਸੋਰਸ ਆਫ ਪ੍ਰੋਗਰੈਸ। ਆਲੋਚਨਾ ਪ੍ਰਗਤੀ ਦਾ ਮਾਰਗ ਵੀ ਹੁੰਦੀ ਹੈ। ਔਰ ਜੇ ਮੇਰੇ ਸਤਿਕਾਰਯੋਗ ਮੇਰੇ ਵੀਰਾਂ ਨੇ ਦੂਸਰੀ ਪਾਰਟੀਆਂ ਦੇ ਉਹਨਾਂ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਨੇ ਤੇ ਮੈਂ ਬਿਲਕੁਲ ਇਹਨਾਂ ਟਿੱਪਣੀਆਂ ਨੂੰ ਆਪਣੀ ਪਾਰਟੀ ਦੇ ਨਾਲ ਡਿਸਕਸ ਵੀ ਕਰਾਂਗਾ। ਦੂਸਰੀ ਗੱਲ ਜਿਹੜੀ ਸਤਿਕਾਰਯੋਗ ਕਲੇਰ ਸਾਹਿਬ ਨੇ ਗੱਲ ਕੀਤੀ ਹੈ, ਜਿੱਦ ਦੇ ਉੱਤੇ ਨਹੀਂ ਅੜਿਆ ਕੋਈ ਵੀ। ਜਦੋਂ ਵੀ ਕੋਈ ਕਾਨੂੰਨ ਬਣਦਾ ਵਾ ਔਰ ਉਸ ਦੇ ਵਿੱਚ ਸੋਧ ਹੁੰਦੀ ਆ, ਉਹ ਸੋਧ ਕਰਨ ਵਾਸਤੇ ਜਦੋਂ ਅਸੀਂ ਡਿਸਕਸ਼ਨਸ ਕਰਦੇ ਹਾਂ, ਕਿਉਂਕਿ ਕਲੇਰ ਸਾਹਿਬ ਦੀ ਪਾਰਟੀ ਵੀ ਸੱਤਾ 'ਚ ਰਹੀ ਹੈ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੀ ਸੱਤਾ ਦੇ ਵਿੱਚ ਹੈ ਤੇ ਮੌਜੂਦਾ ਪੰਜਾਬ 'ਚ ਸਾਡੇ ਭੈਣ ਜਿਹੜੇ ਬੈਠੇ ਨੇ ਉਹਨਾਂ ਦੀ ਪਾਰਟੀ ਵੀ ਸੱਤਾ ਦੇ ਵਿੱਚ ਹੈ। ਇਹਨਾਂ ਨੂੰ ਪਤਾ ਜਦੋਂ ਵੀ ਕਦੀ ਕੋਈ ਕਾਨੂੰਨ ਬਣਦੇ ਹੁੰਦੇ ਨੇ, ਉਹਨਾਂ ਕਾਨੂੰਨਾਂ ਨੂੰ ਜਦੋਂ ਸੋਧ ਕੀਤਾ ਜਾਂਦਾ ਵਾ, ਸੋਧ ਕਰਨ ਦਾ ਟਾਈਮ ਲਿਆ ਜਾਂਦਾ ਵਾ ਤੇ ਉਹਦੇ ਮੈਰਿਟਸ ਡੀਮੈਰਿਟਸ ਸਾਰੇ ਦੇਖੇ ਜਾਂਦੇ ਨੇ। ਨੰਬਰ 2, ਇਹਦੇ ਵਿੱਚ ਪਲੈਨਿੰਗ ਕਮਿਸ਼ਨ ਬੈਠਦੀ ਹੈ ਪ੍ਰੋਪਰ। ਇਹਦੇ ਵਿੱਚ ਲਾਅ ਨਾਲ ਰਿਲੇਟਡ ਉਹ, ਕਿਉਂਕਿ ਕਲੇਰ ਸਾਹਿਬ ਖੁਦ ਸ਼ਾਇਦ ਐਡਵੋਕੇਟ ਨੇ, ਮੈਨੂੰ ਤੱਕ ਯਾਦ ਆ, ਤੇ ਉਹਦੇ ਵਿੱਚ ਲਾਅ ਨਾਲ ਰਿਲੇਟਡ ਉਹ ਸਾਰੇ ਲੋਕ ਬੈਠਦੇ ਨੇ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਬਣਾਉਣ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਨੇ, ਯੋਗਦਾਨ ਪਾਉਂਦੇ ਨੇ। ਤੀਸਰਾ ਚੀਜ਼ ਹੈ ਕਿ ਜਦੋਂ ਉਹਨੂੰ ਡਿਸਕਸ ਕੀਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜੀਆਂ ਸਲਾਹਾਂ ਲਈਆਂ ਜਾਂਦੀਆਂ ਨੇ, ਜੋ ਸਾਡੀ ਸਤਿਕਾਰਯੋਗ ਜਥੇਬੰਦੀਆਂ ਨੇ ਸਾਨੂੰ ਦਿੱਤੀਆਂ ਨੇ, ਉਹਨਾਂ ਦੇ ਉੱਤੇ ਵੀ ਦੁਬਾਰਾ ਡਿਸਕਸ਼ਨ ਕਰਕੇ ਤੇ ਮੈਰਿਟਸ ਤੇ ਡੀਮੈਰਿਟਸ ਦੇਖਦੇ। ਇਨ ਬਿਟਵੀਨ ਜਦੋਂ ਸਾਡੀਆਂ ਜਥੇਬੰਦੀਆਂ ਕਿਸਾਨਾਂ ਦੀਆਂ ਉੱਥੇ ਬਾਰਡਰ ਤੇ ਪਹੁੰਚ ਗਈਆਂ, ਉਹਨਾਂ ਨੇ ਆਪਣਾ ਅੰਦੋਲਨ ਸ਼ੁਰੂ ਕੀਤਾ ਤੇ ਮਾਣਯੋਗ ਸੁਪਰੀਮ ਕੋਰਟ ਨੇ ਵਿੱਚ ਜਦੋਂ ਦਖਲ ਅੰਦਾਜ਼ੀ ਦਿੱਤੀ, ਉੱਥੇ ਇਹਨਾਂ ਦੀ ਗੱਲਬਾਤ ਸੁਣੀ ਗਈ ਤੇ ਉਹਨਾਂ ਨੇ ਆਪ ਹੀ ਹੋਲਡ ਕੀਤਾ ਹੋਇਆ
ਇੱਕ ਪਾਸੇ ਸਰਕਾਰ ਦਾ ਇਹਨਾਂ ਕਾਨੂੰਨਾਂ ਦੇ ਉੱਤੇ ਵਿਚਾਰ ਚੱਲਦਾ ਪਿਆ, ਔਰ ਜੋ ਵਿਚਾਰ ਦਿੱਤੇ ਹੋਏ ਨੇ ਸਾਡੀ ਸਤਿਕਾਰਯੋਗ ਸਾਡੇ ਵਿਪਕਸ਼ੀ ਦਲਾਂ ਨੇ ਔਰ ਸਾਡੇ ਕਿਸਾਨ ਵੇ ਜਥੇਬੰਦੀਆਂ ਨੇ, ਉਹਨਾਂ ਸਾਰਿਆਂ ਦੀਆਂ ਜਿਹੜੀਆਂ ਗੱਲਾਂ ਨੂੰ ਵਿਚਾਰਧੀਨ ਕਰਕੇ ਉੱਥੇ ਕੰਮ ਚੱਲ ਰਿਹਾ। ਇੱਦਾਂ ਤਾਂ ਹੋ ਨਹੀਂ ਸਕਦਾ ਕਿ ਅਸੀਂ ਲੋਕ ਜਿਨ੍ਹਾਂ ਦੇ ਉੱਤੇ ਨਿਰਭਰ ਕਰਦੇ ਹਾਂ ਉਹਨਾਂ ਨੂੰ ਨਾਰਾਜ਼ ਕਰਕੇ ਅਸੀਂ ਆਪਣੀ ਮਨਮਰਜ਼ੀ ਕਰੀਏ। ਇਹ ਮੇਰੀਆਂ ਦੂਸਰੀਆਂ ਪਾਰਟੀਆਂ ਵੀ ਸਹਿਮਤ ਹੋਣਗੀਆਂ ਸਾਡੇ ਨਾਲ, ਕਿਉਂਕਿ ਜਦੋਂ ਵੀ ਕੋਈ ਕਾਨੂੰਨ ਬਣਦੇ ਨੇ ਉਹਦੇ ਮੈਰਿਟਸ ਡੀਮੈਰਿਟਸ ਚੱਲਦੇ ਨੇ। ਠੀਕ ਆ, ਕਿਸਾਨ ਇਹਦੇ ਨਾਲ ਨਹੀਂ ਪੂਰੀ ਤਰ੍ਹਾਂ ਸਹਿਮਤ ਹੋਏ, ਅਸੀਂ ਉਹਨਾਂ ਨਾਲ ਵੀ ਪੂਰੀ ਤਰ੍ਹਾਂ, ਮੇਰੇ ਜਿਹੜੇ ਕਾਂਗਰਸ ਵਾਲੇ ਭੈਣ ਜੀ ਨੇ ਗੱਲ ਕੀਤੀ ਹੈ, ਮੈਂ ਇਹ 'ਚ ਤਾਂ ਉਹਨਾਂ ਨੂੰ ਯਕੀਨ ਦਿਵਾਉਣਾ ਵਾ, ਅਸੀਂ ਲੋਕ ਕਿਸਾਨ ਜਥੇਬੰਦੀਆਂ ਨਾਲ ਨਿਰੰਤਰਤ ਗੱਲ ਕਰਦੇ ਪਏ ਹਾਂ। ਕਿਸਾਨਾਂ ਦੇ ਵਿੱਚ ਇਹਦੇ ਬਾਰੇ ਪੂਰੀ ਚਰਚਾ ਕਰਦੇ ਕਿ ਹਾਂ ਕਿਸਾਨਾਂ ਦੇ ਕੁਝ ਮਤਭੇਦ ਨੇ, ਉਹਨਾਂ ਦੀ ਡਿਸਐਗਰੀਮੈਂਟ ਜ਼ਰੂਰ ਨੇ ਸਾਡੇ ਨਾਲ ਕਿ ਅਸੀਂ ਇਹ ਚੀਜ਼ ਨਹੀਂ ਮੰਨਦੇ, ਉਹ ਚੀਜ਼ਾਂ ਉੱਤੇ ਹਾਈ ਕਮਾਂਡ ਤੱਕ ਪਹੁੰਚਾਈਆਂ ਜਾ ਰਹੀਆਂ ਨੇ। ਸੋ ਅਸੀਂ ਸਾਰੇ ਰਲ ਕੇ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਆਪਣਾ ਯੋਗਦਾਨ ਪਾਈਏ, ਤਾਂ ਕਿ ਕਿਸਾਨ ਸਾਡੇ ਵਾਸਤੇ ਸਦਾ ਸਤਿਕਾਰਯੋਗ ਨੇ। ਉਹ ਅੰਦੋਲਨ ਜੀਵੀ ਨਹੀਂ ਹੈਗੇ, ਉਹਨਾਂ ਨੂੰ ਤੁਸੀਂ ਅੰਦੋਲਨ ਜੀਵੀ ਨਾ ਕਹੋ। ਠੀਕ ਆ, ਉਹਨਾਂ ਦਾ ਇੱਕ ਰੋਸ ਹੈਗਾ ਵਾ, ਉਹਨਾਂ ਨੂੰ ਕੁਝ ਚੀਜ਼ਾਂ ਆਪਣੇ ਅਕੋਰਡਿੰਗਲੀ, ਦੇਖੋ ਅਸੀਂ ਜਦੋਂ ਮੋਬਾਈਲ ਵੀ ਲੈਂਦੇ ਆ ਨਾ, ਤੇ ਇੱਕ ਮੋਬਾਈਲ ਦੀਆਂ ਵੀ ਐਪਸ ਆਪਣੇ ਆਪ ਅਪਡੇਸ਼ਨ ਮੰਗਦੀਆਂ ਨੇ। ਹੋ ਸਕਦਾ ਸਾਡੀਆਂ ਅਪਡੇਸ਼ਨਸ ਦੇ ਵਿੱਚ ਕਮੀ ਹੋਵੇ, ਹੋ ਸਕਦਾ ਤੁਹਾਡੀਆਂ ਅਪਡੇਸ਼ਨਸ ਦੇ ਵਿੱਚ ਕਮੀ ਹੋਵੇ, ਲੇਕਿਨ ਕਿਤੇ ਨਾ ਕਿਤੇ ਆ ਕੇ ਇਹ ਸਿੱਟਾ ਨਿਕਲੇਗਾ ਔਰ ਕਿਸਾਨਾਂ ਦੇ ਇਹਨਾਂ ਮਸਲਿਆਂ ਦਾ ਹੱਲ ਹੋਏਗਾ। ਔਰ ਇਹ ਜਿਹੜੀ ਰਾਜਨੀਤੀ ਦੇ ਪਿੱਛੇ ਚੱਲਦੀ ਪਈ ਹੈ, ਕਿੰਨਾ ਦੀ ਚੱਲਦੀ ਪਈ ਹੈ, ਮੈਂ ਕਿਸੇ ਦਾ ਦੋਸ਼ ਨਹੀਂ ਲਾਉਂਦਾ, ਮੈਂ ਕਿ ਦੋਸ਼ ਲਾਵਾਂ ਜਦ ਮੇਰੇ ਕੋਲ ਸਬੂਤ ਹੀ ਨਹੀਂ ਹੈ ਕਿ ਕੌਣ ਰਾਜਨੀਤੀ ਕਰਦਾ ਪਿਆ। ਲੇਕਿਨ ਇਹ ਰਾਜਨੀਤੀ ਹੋ ਜ਼ਰੂਰ ਰਹੀ ਆ, ਇਹ ਮੇਰਾ ਪਰਸਨਲ ਮੰਨਣਾ ਵਾ, ਔਰ ਮੈਂ ਇਹਦੇ ਵਿੱਚ ਇਹੋ ਗੱਲ ਕਰਨਾ, ਅਸੀਂ ਰਲ ਕੇ ਇਸ ਪ੍ਰੋਬਲਮ ਨੂੰ ਸੋਲਵ ਕਰੀਏ, ਔਰ ਕਰਦੇ ਵੀ ਪਏ ਆ। ਔਰ ਜਿਹੜੇ ਸਾਡੇ ਕਿਸਾਨ ਨੇ ਇਹ ਭੋਲੇ ਭਾਲੇ ਨੇ, ਮੈਂ ਤਾਂ ਖੇਤਾਂ ਦਾ ਸਾਧੂ ਕਹਿੰਦਾ, ਇਹਨਾਂ ਨੂੰ ਤਪੱਸਿਆ ਕਰਦੇ ਨੇ ਖੇਤਾਂ ਦੇ ਵਿੱਚ, ਇਹਨਾਂ ਉੱਤੇ ਤੇ ਕੁਐਸਚਨ ਮਾਰਕ ਕਰਨ ਦੀ ਕੋਈ ਲੋੜ ਹੀ ਨਹੀਂ ਹੈਗੀ। ਔਰ ਅਸੀਂ ਸਾਰੇ ਰਲ ਕੇ ਸਮੱਸਿਆ ਦਾ ਹੱਲ ਕੱਢਾਂਗੇ। ਬਾਕੀ ਰਹੀ ਗੱਲ ਇਹਨਾਂ ਦੇ ਗੁੱਸੇ ਦੀ, ਗਿਲੇ ਦੀ, ਸਿਰ ਮੱਥੇ ਬਈ ਸਾਡੇ ਅੰਨਦਾਤਾ ਨੇ, ਸਾਨੂੰ ਪਾਲਦੇ ਨੇ, ਸਾਨੂੰ ਫਸਲ ਦਿੰਦੇ ਨੇ, ਕਿਸਾਨ ਹੈਗੇ ਆ ਤੇ ਅਸੀਂ ਹੈਗੇ ਆ। ਔਰ ਜੇ ਅਸੀਂ ਕਾਨੂੰਨ ਬਣਾਏ ਨੇ ਇਹਨਾਂ ਦੀ ਗੁੱਡਵਿਲ ਵਾਸਤੇ ਬਣਾਏ ਨੇ, ਇਹਨਾਂ ਦੀ ਪ੍ਰੋਗਰੈਸ ਵਾਸਤੇ ਬਣਾਏ ਨੇ, ਹੋ ਸਕਦਾ ਕਿਤੇ ਨਾ ਕਿਤੇ ਕੋਈ ਮਿਸਕਮਿਊਨੀਕੇਸ਼ਨ ਹੈਗਾ, ਅਸੀਂ ਦੂਰ ਕਰ ਰਹੇ ਹਾਂ ਔਰ ਅਸੀਂ ਕਾਮਯਾਬ ਕਾਫੀ ਹੱਦ ਤੱਕ ਹੋ ਚੁੱਕੇ ਹਾਂ। ਬਹੁਤ ਜਲਦ ਇਸ ਸਮੱਸਿਆ ਦਾ ਸਮਾਧਾਨ ਨਿਕਲੇਗਾ। ਬਾਕੀ ਆਮ ਆਦਮੀ ਪਾਰਟੀ ਤੋਂ ਸਤਿਕਾਰਯੋਗ ਮਲਹੋਤਰਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ, ਤੁਹਾਡੀ ਗੱਲ ਜਿਹੜੀ ਆ, ਦੇਖੋ ਤੁਸੀਂ ਕੋਈ ਵੀ ਗੱਲ ਕਹਿੰਦੇ ਪਏ ਨਾ ਕਿਤੇ ਤੁਸੀਂ ਵੀ ਆਪਣੇ ਆਪ ਨੂੰ ਸਹੀ ਸਾਬਤ ਕਰ ਰਹੇ ਹੋ ਗੱਲ ਦੇ ਵਿੱਚ, ਲੇਕਿਨ ਦੋ ਪਹਿਲੂ ਹੁੰਦੇ ਨੇ ਇੱਕ ਗੱਲ ਦੇ। ਇੱਕ ਪਹਿਲੂ ਕਿਸੇ ਡਾਇਰੈਕਸ਼ਨ ਤੇ ਜਾਂਦਾ, ਇੱਕ ਕਿਸੇ ਤੇ। ਅੱਖਰ ਤਿੰਨ ਹੀ ਨੇ, ਰੋਕੋ ਮਤ ਜਾਣੇ ਦੋ। ਤੁਸੀਂ ਕਹੋਗੇ ਰੋਕੋ ਮਤ ਜਾਣੇ ਦੋ, ਕੁਝ ਕਹਿੰਦੇ ਨੇ ਰੋਕੋ ਮਤ ਜਾਣੇ ਦੋ। ਸੋ ਅਸੀਂ ਆਪਣੇ ਗੱਲ ਦੇ ਪੌਜ਼ ਦੇ ਉੱਤੇ, ਠਹਿਰਾਵ ਦੇ ਉੱਤੇ ਲਿਆ ਕੇ ਵੀ ਗੱਲ ਦਾ ਮਤਲਬ ਚੇਂਜ ਕਰ ਸਕਦੇ ਹਾਂ। ਸਾਡੇ ਵਾਸਤੇ ਅੱਜ ਵੀ ਕਿਸਾਨ ਸਤਿਕਾਰਯੋਗ ਨੇ, ਔਰ ਮੈਂ ਇਸ ਮੀਡੀਆ ਦੇ ਰਾਹੀਂ ਮੈਂ ਧੰਨਵਾਦ ਵੀ ਕਰਦਾ ਇਸ ਮੀਡੀਆ ਦਾ ਕਿ ਜਿੱਥੇ ਅਸੀਂ ਆਪਣੀ ਆਲੋਚਨਾ ਸਹਿੰਦੇ ਹਾਂ, ਉੱਥੇ ਅਸੀਂ ਆਪਣੇ ਵਿਚਾਰ ਵੀ ਰੱਖਣ ਵਾਸਤੇ ਤੁਹਾਡੀ ਸਹਾਇਤਾ ਲੈਂਦੇ ਹਾਂ। ਇਸ ਮੰਚ ਤੋਂ, ਇਸ ਮੀਡੀਆ ਚੈਨਲ, ਸਤਿਕਾਰਯੋਗ ਚੈਨਲ ਦੇ ਰਾਹੀਂ ਮੈਂ ਆਪਣੇ ਸਤਿਕਾਰਯੋਗ ਵੀਰਾਂ ਨੂੰ ਇਹੋ ਬੇਨਤੀ ਕਰ ਰਿਹਾ ਕਿ ਬਹੁਤ ਜਲਦ ਇਸ ਸਮੱਸਿਆ ਦਾ ਹੱਲ ਨਿਕਲ ਆਏਗਾ ਔਰ ਸਾਡੇ ਅੰਨਦਾਤਾ, ਸਾਡੇ ਕਿਸਾਨ ਵੀਰ ਖੁਸ਼ੀ-ਖੁਸ਼ੀ ਵਾਪਸ ਆਉਣਗੇ। ਕੰਮ ਚੱਲਦਾ ਪਿਆ ਦੇ ਉੱਤੇ, ਲੇਕਿਨ ਹਾਂ ਕੁਝ ਚੀਜ਼ਾਂ ਦੇ ਉੱਤੇ ਜਿੱਦਾਂ ਸਤਿਕਾਰ ਮਾਨਯੋਗ ਸਾਡੇ ਸੁਪਰੀਮ ਕੋਰਟ ਜੀ ਨੇ ਕਹਿਤਾ ਕਿ ਇਹਦੇ ਉੱਤੇ ਡਿਲੇ ਕਰ ਲਓ। ਦੇਖੋ ਹਰ ਇੱਕ ਦੀ ਗੱਲ ਮੰਨਣੀ ਪੈਂਦੀ ਹੈ, ਲੇਕਿਨ ਅਸੀਂ ਕਿਸਾਨਾਂ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਅਸੀਂ ਇਹਦਾ ਜਲਦੀ ਸਮਾਧਾਨ ਕੱਢ ਲਾਂਗੇ। ਹਾਂ, ਦੁਬਾਰਾ ਆਣਾ ਤੁਹਾਡੇ ਕੋਲ। ਕਲੇਰ ਸਾਹਿਬ, ਜੋਸ਼ ਸਾਹਿਬ ਕਹਿ ਰਹੇ हैं जी ਛੇਤੀ समाधान हो जाएगा। भारद्वाज साहब, एक गल मैं जरूर एप्रीशिएट करूंगा कि जिस तरीके की भाषा जोशी साहब वरत रहे हैं, अगर ऐसी भाषा बीजेपी के पहले जिहड़े प्रवक्ता कही रहे वो वरतदे तो शायद एडा वड्डा पाड़ा केंद्र ते पंजाब दे विच ना पैंदा। मैं एप्रीशिएट करदा, ठीक है, पंजाब दे ने, पंजाब की गल करते हैं, मैं तो कहूँगा कि अपनी आवाज़ केंद्र अगे होर जोर के चक्कण। पर जिस तरीके इन्हां दी भाषा की मर्यादा है, अगर बीजेपी के होर प्रवक्ता जिन्हों ने इस अंदोलन को बदनाम किया या गंदी शब्दावली वरती तो एडा वड्डा पाड़ा शायद ना पैंदा, एक काबिले तारीफ है। और दूजी गल मैं जरूर कहनी चाहना कि अमृत गिल, मैं अमृत गिल एक बहुत चंगा प्रॉमिसिंग चेहरा समझदा कांग्रेस का, पर इन्होंने कुछ गल्लां अज कीतियां, ये कहंदे कि जी असी ये कीता, असी कांग्रेस वालियां ने ये कीता। मैं तो इन्हां दी पार्टी दे जिहड़े प्रधान ने अज, क्योंकि प्रवक्ता ने तो इन्हां दे प्रधान नवजोत सिद्धू दी एक स्टेटमेंट कोट करनी चाहुंदा है, जिथे उन्होंने ये गल कही कि कैप्टन अमरिंदर सिंह ने विधान सभा दे विच तीने कानूनां दे विच सोधा करके उन्होंने मन के किसानां नाल धोखा कीता। ये नवजोत सिद्धू दी स्टेटमेंट है। और दूजी गल ये कहते कि जी जिन्नी बार कैप्टन साहब दिल्ली गए उन्होंने किसानी की गल की, नहीं बिल्कुल नहीं। जिन्नी बार कैप्टन साहब दिल्ली गए ने उन्होंने बाहर निकल के यही गल की है कि पंजाब की अमन ते कानून स्थिति नूं खतरा है, नैशनल सिक्योरिटी नूं खतरा है, ये अंदोलन नूं जल्दी खत्म किया जाए। क्योंकि वो किसानां दी गल ते जदों आउंदे सी तां हमेशा इक्को गल करदे सी कि जथेबंदियां ते केंद्र सरकार करूगी। और जिहड़ी तीसरी गल है, उगराहा साहब ने एक स्टेटमेंट दी है, वो मैं जरूर इन्हां नूं कहूँगा कि देखण
ਜਿੱਥੇ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਅਗਰ ਕਾਂਗਰਸ ਦੀ ਪੰਜਾਬ ਦੀ ਸਰਕਾਰ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੀ ਹੈ ਤਾਂ 2017 ਦਾ ਆਪਣਾ ਮੈਨੀਫੈਸਟੋ ਪੂਰਾ ਕਰੇ, ਜਿੱਥੇ ਉਹਨਾਂ ਨੇ 90,000 ਕਰੋੜ ਦਾ ਜਿਹੜਾ ਕਿਸਾਨੀ ਕਰਜ਼ਾ ਹੈ ਉਹਦੇ ਤੇ ਲੀਕ ਮਾਰਨ ਦੀ ਗੱਲ ਕੀਤੀ ਹੈ। ਜਿੰਨਾ ਚਿਰ ਪੰਜਾਬ ਦੀ ਕਾਂਗਰਸ ਸਰਕਾਰ ਉਹ 90,000 ਕਰੋੜ ਦੇ ਕਰਜ਼ੇ ਦੇ ਉੱਤੇ ਲੀਕ ਨਹੀਂ ਮਾਰਦੀ, ਜਾਂ ਪੰਜਾਬ ਦੇ ਹਰ ਘਰ ਨੂੰ ਜਿੱਦਾਂ ਪ੍ਰੋਮਿਸ ਕੀਤਾ ਗਿਆ ਸੀ ਨੌਕਰੀ ਨਹੀਂ ਦਿੰਦੀ, ਜਾਂ ਨਸ਼ਾ ਮੁਕਤ ਪੰਜਾਬ ਦੀ ਗੱਲ ਨਹੀਂ ਕਰਦੀ, ਤਾਂ ਕਿਸਾਨੀ ਅੰਦੋਲਨ ਦਾ ਉਹ ਸਮਰਥਨ ਨਹੀਂ ਕਰਦੇ। ਇਹ ਬੜੇ ਸਪਸ਼ਟ ਤੌਰ ਤੇ ਜਿਹੜੀ ਸਭ ਤੋਂ ਵੱਡੀ ਜਥੇਬੰਦੀ ਉਗਰਾਹਾਂ ਸਾਹਿਬ ਦਾ ਉਹਨਾਂ ਦਾ ਬਿਆਨ ਹੈ, ਇਹ ਗੱਲ ਵੀ ਇਹਨਾਂ ਨੂੰ ਦੇਖਣੀ ਚਾਹੀਦੀ ਹੈ। ਔਰ ਜਿੱਥੇ ਤੱਕ ਗੱਲ ਰਹੀ ਹੈ ਬੀਜੇਪੀ ਦੀ, ਮੈਂ ਫੇਰ ਦੁਬਾਰਾ ਉੱਥੇ ਆ ਜਾ ਕਿ ਬੀਜੇਪੀ ਸਰਕਾਰ ਨੂੰ ਅੱਜ ਲੋਕਾਂ ਦਾ ਇੰਟਰਸਟ ਦੇਖਦੇ ਹੋਏ ਇਹ ਕਾਲੇ ਕਾਨੂੰਨ ਤੁਰੰਤ ਵਾਪਸ ਲੈ ਲੈਣੇ ਚਾਹੀਦੇ ਨੇ। ਔਰ ਮੈਂ ਅੱਜ ਵੀ ਕਹਿਣਾ ਕਿ ਆਪਣੇ ਦੇਸ਼ ਦੇ ਲੋਕਾਂ ਦੇ ਉੱਤੇ ਇਸ ਤਰੀਕੇ ਨਾਲ ਕਾਨੂੰਨ ਥੋਪਣੇ, ਔਰ ਦੇਸ਼ ਦੀ ਆਜ਼ਾਦੀ ਤੋਂ ਬਾਅਦ 47 ਦੇ ਵਿੱਚ ਦੇਸ਼ ਆਜ਼ਾਦ ਹੋਇਆ, ਆਜ਼ਾਦੀ ਤੋਂ ਬਾਅਦ ਪਹਿਲਾ ਐਸਾ ਅੰਦੋਲਨ ਹੋਣਾ ਸ਼ਾਂਤਮਈ ਜਿੱਥੇ 600 ਦੇ ਕਰੀਬ ਕਿਸਾਨਾਂ ਦੀ ਸ਼ਹੀਦੀ ਹੋ ਚੁੱਕੀ, ਉਹ ਵੀ ਤਾਂ ਸਾਡੇ ਆਪਣੇ ਨੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਐਡਾ ਵੱਡਾ ਸ਼ਾਂਤਮਈ ਅੰਦੋਲਨ, ਇੰਨੀਆਂ ਸ਼ਹੀਦੀਆਂ, ਤੇ ਫਿਰ ਵੀ ਮੋਦੀ ਸਰਕਾਰ ਉਹਨੂੰ ਜ਼ਿੱਦ ਬਣਾ ਲੇ, ਉਹ ਤੋਂ ਪਿੱਛੇ ਨਾ ਹਟੇ, ਤਾਂ ਇਹ ਮੇਰੇ ਹਿਸਾਬ ਨਾਲ ਡੈਮੋਕ੍ਰੇਸੀ ਦੇ ਲਈ ਸਭ ਤੋਂ ਮਾੜੀ ਗੱਲ। ਠੀਕ ਹੈ ਕਲੇਰ ਸਾਹਿਬ, ਦੁਆਰਾ ਆਉਣਾ ਤੁਹਾਡੇ ਕੋਲ। ਮਲਹੋਤਰਾ ਸਾਹਿਬ ਤੁਸੀਂ ਕਰ ਲਓ ਜੀ ਆਪਣੀ ਗੱਲ। ਮਲਹੋਤਰਾ ਸਾਹਿਬ। ਅਨਿਲ ਜੀ, ਵਾਕਈ ਜੋ ਗੱਲ ਕਲੇਰ ਸਾਹਿਬ ਨੇ ਕਹੀ ਹੈ ਕਿ ਜੋਸ਼ੀ ਸਾਹਿਬ ਭਾਜਪਾ ਦਾ ਪੱਖ ਤਾਂ ਬਹੁਤ ਵਧੀਆ ਤਰੀਕੇ ਨਾਲ ਰੱਖ ਰਹੇ ਨੇ, ਪਰ ਜਿੰਨੇ ਨਰਮ ਤੇ ਚਿਕੜੀ ਚੁਪੜੀ ਭਾਸ਼ਾ ਦਾ ਇਸਤੇਮਾਲ ਕਰਕੇ ਇਹ ਗੱਲ ਅੱਗੇ ਰੱਖ ਰਹੇ ਨੇ, ਸਾਡਾ ਫਿਰ ਵੀ ਵਿਰੋਧ ਹੋਇਆ ਹੈ ਕਿਸਾਨਾਂ ਦੇ ਨਾਲ ਜੋ ਅਸਲ ਵਿੱਚ ਹੋ ਰਿਹਾ ਹੈ, ਜੋ ਅਸਲ ਵਿੱਚ ਕਿਸਾਨਾਂ ਦੇ ਨਾਲ ਹੋ ਰਿਹਾ ਹੈ, ਉਹ ਇਸ ਤੋਂ ਟੋਟਲੀ ਉਲਟ ਹੈਗਾ। ਦੇਖੋ, ਇਹ ਇੰਨਾ ਸਿੰਪਲ ਮਸਲਾ ਨਹੀਂ ਹੈ ਕਿ ਰੋਕੋ ਮਤ ਜਾਣੇ ਦੋ, ਇਹ ਬਹੁਤ ਵੱਡਾ ਮਸਲਾ ਹੈਗਾ। ਦੇਸ਼ ਦੇ ਕਈ ਕਰੋੜ ਕਿਸਾਨਾਂ ਦੀ ਅੱਗੇ ਉਹਨਾਂ ਦੀਆਂ ਅਗਲੀਆਂ ਪੁਸ਼ਤਾਂ ਦੇ ਭਵਿੱਖ ਦੇ ਉੱਤੇ ਸਵਾਲ ਖੜਾ ਕਰਦਾ ਹੈ, ਉਹਨਾਂ ਦੇ ਲਿਵਿੰਗ ਸਟੈਂਡਰਡ ਤੇ ਸਵਾਲ ਖੜਾ ਕਰਦਾ ਹੈ। ਉਹ ਅੱਗੇ ਕਿਵੇਂ ਜੀਣਗੇ, ਕਿਵੇਂ ਕੰਮ ਕਰਨਗੇ, ਉਹਨਾਂ ਦੀ ਜ਼ਮੀਨ ਉਹਨਾਂ ਕੋਲ ਰਹੇਗੀ ਨਹੀਂ ਰਹੇਗੀ, ਇਹ ਸਰ ਬਹੁਤ ਵੱਡਾ ਸਵਾਲ ਹੈਗਾ। ਇਹਨੂੰ ਇੰਨਾ ਛੋਟਾ ਕਰਕੇ ਪੇਸ਼ ਨਾ ਕਰੋ। ਤੇ ਫਿਰ ਗੱਲ ਇਹਨਾਂ ਦੀ ਉਸ ਤਰ੍ਹਾਂ ਹੀ ਆ ਜਾਂਦੀ ਹੈ ਕਿ ਬਈ ਪੰਚਾਇਤ ਦਾ ਕਿਹਾ ਸਿਰ ਮੱਥੇ ਪਰ ਪਰਨਾਲਾ ਉੱਥੇ ਦਾ ਉੱਥੇ। ਭਾਜਪਾ ਜਿਹੜੀ ਹੈ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੋ ਰਹੀ। ਮੋਦੀ ਜੀ ਕਹਿੰਦੇ ਨੇ ਕਿ ਜੀ ਮੈਂ ਸਿਰਫ ਇੱਕ ਕਾਲ ਦੀ ਦੂਰੀ ਤੇ ਹਾਂ। ਕਿੱਥੇ ਇੱਕ ਕਾਲ ਦੀ ਦੂਰੀ ਤੇ ਹੋ? ਰੋਜ਼ ਉੱਥੇ ਮੌਤਾਂ ਹੋ ਰਹੀਆਂ, ਤੁਹਾਨੂੰ ਨਜ਼ਰ ਨਹੀਂ ਆਉਂਦਾ? ਤੁਹਾਡੇ ਮਨ ਵਿੱਚ ਜਰਾ ਵੀ ਸੰਵੇਦਨਾ ਨਹੀਂ ਹੈਗੀ? ਜੇ ਇੱਕ ਕਾਲ ਦੀ ਦੂਰੀ ਤੇ ਹੋ ਤੇ ਤੁਸੀਂ ਜਾ ਕੇ ਉੱਥੇ ਗੱਲ ਕਿਉਂ ਨਹੀਂ ਕਰ ਸਕਦੇ? ਤੁਹਾਡੇ ਆਪਣੇ ਦੇਸ਼ ਦੇ ਕਿਸਾਨ ਨੇ ਨਾ, ਇੰਨੇ ਸਰਦੀ ਗਰਮੀ ਬਰਸਾਤ ਵਿੱਚ ਉੱਥੇ ਚੱਲਦੇ ਪਏ ਨੇ। ਸੋ ਦੇਖੋ, ਇਹ ਜਿਹੜਾ ਹੁਣ ਸਾਰੀ ਦੁਨੀਆ ਨੂੰ ਇਹ ਸਪਸ਼ਟ ਹੋ ਰਿਹਾ ਹੈ ਕਿ ਇਸ ਦੇ ਪਿੱਛੇ ਫੋਰਸਿਸ ਕਿਹੜੀਆਂ ਕੰਮ ਕਰ ਰਹੀਆਂ ਨੇ। ਇਹ ਕੋਈ ਪ੍ਰੋਸੀਜਰਲ ਪ੍ਰੋਬਲਮ ਨਹੀਂ ਹੈਗੀ, ਇਹ ਇੰਟੈਂਸ਼ਨਲ ਪ੍ਰੋਬਲਮ ਹੈਗੀ ਹੈ ਕਿ ਕਾਰਪੋਰੇਟ ਘਰਾਣਿਆਂ ਤੋਂ ਅੰਤਾਂ ਦਾ ਪੈਸਾ ਭਾਜਪਾ ਲੈ ਚੁੱਕੀ ਹੈ। ਹੁਣ ਉਸ ਪੈਸੇ ਦੇ ਬਦਲੇ ਵਿੱਚ ਇਹ ਦੇਸ਼ ਦੀ ਖੇਤੀ ਜਿਹੜੀ ਆ ਉਹਨਾਂ ਨੂੰ ਸੌਂਪਣ ਦੀ ਤਿਆਰੀ ਹੈਗੀ ਹੈ। ਔਰ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਸਰਕਾਰ ਵਿੱਚ ਆਉਣ 'ਚ ਮਦਦ ਕੀਤੀ ਹੈ, ਸੋ ਇਹਨਾਂ ਦੀ ਇਹ ਹੁਣ ਆਪਣੇ ਮਜਬੂਰ ਹੈਗੇ ਆ ਵੀ ਕਿਸੇ ਤਰੀਕੇ ਨਾਲ ਉਹਨਾਂ ਦਾ ਦਿੱਤਾ ਹੋਇਆ ਉਤਾਰਨ। ਸੋ ਇਸ ਕਰਕੇ ਉਹਨਾਂ ਦਾ ਇਹਨਾਂ ਤੇ ਪੂਰਾ ਦਬਾਅ ਹੈਗਾ ਕਿ ਖੇਤੀ ਕਾਨੂੰਨ ਵਾਪਸ ਨਹੀਂ ਕਰਨੇ। ਚਲੋ ਮਲਹੋਤਰਾ ਸਾਹਿਬ, ਇਹ ਗੱਲ ਜਿਹੜਾ ਇਹ ਇਲਜ਼ਾਮ ਹੈ, ਇਹਦਾ ਤਾਂ ਜਵਾਬ ਦਿੰਦੀ ਆਈ ਹੈ ਭਾਜਪਾ ਵੀ, ਫਿਰ ਉਹ ਤਾਂ ਕਹਿੰਦੇ ਵੀ ਇਲਜ਼ਾਮ ਹੈ। ਅਸਲ ਕਾਰਨ ਹੀ ਇਹ ਹੈ, ਅਸਲ ਕਾਰਨ ਹੀ ਇਹ ਹੈ। ਨਹੀਂ ਤਾਂ ਜੇ ਦੇਸ਼ ਦੀ ਸਰਕਾਰ ਹੋਵੇ, ਦੇਸ਼ ਦੇ ਲੋਕਾਂ ਦੀ ਵੋਟਾਂ ਨਾਲ ਬਣੀ ਹੋਏ, ਤਾਂ ਦੇਸ਼ ਦੇ ਲੋਕਾਂ ਦੀ ਗੱਲ ਸੁਣੇਗੀ। ਉਹ ਨਾ ਸੁਣਨ ਦਾ ਕਾਰਨ ਹੀ ਇਹ ਹੈ ਕਿ ਵੀ ਇਹ ਜਾਂ ਤਾਂ ਈਵੀਐਮ ਦੀ ਸਰਕਾਰ ਹੈਗੀ ਹੈ ਕਿ ਬਈ ਜਿਵੇਂ ਜੋ ਲੋਕਾਂ ਨੂੰ ਸ਼ੱਕ ਹੈ ਕਿ ਵੀ ਇਹ ਈਵੀਐਮ ਦੇ ਥਰੂ ਬਣੇ ਆ, ਲੋਕਾਂ ਦੀਆਂ ਵੋਟਾਂ ਲੈ ਕੇ ਨਹੀਂ ਬਣੇ, ਤਾਂ ਹੀ ਇਹਨਾਂ ਨੂੰ ਲੋਕਾਂ ਦੇ ਜਿਹੜੀ ਮਨਸ਼ਾ ਹੈਗੀ ਹੈ, ਲੋਕਾਂ ਦੀ ਜਿਹੜੀ ਮੰਗ ਹੈਗੀ ਹੈ, ਉਸ ਦੀ ਪਰਵਾਹ ਨਹੀਂ ਹੈਗੀ। ਬਾਕੀ ਮੈਂ ਇੱਥੇ ਕਾਂਗਰਸ ਬਾਰੇ ਵੀ ਗੱਲ ਕਰਾਂਗਾ ਕਿ ਜਿੰਨਾ ਕਸੂਰਵਾਰ ਭਾਜਪਾ ਹੈਗੀ ਹੈ, ਉੱਥੇ ਉਨਾ ਹੀ ਇਹਨਾਂ ਦਾ ਸਾਥ ਕਾਂਗਰਸ ਨੇ ਵੀ ਦਿੱਤਾ ਤੇ ਅਕਾਲੀ ਦਲ ਨੇ ਵੀ ਦਿੱਤਾ। ਜਿਹੜੀ ਹਾਈ ਪਾਵਰ ਕਮੇਟੀ ਸੀਗੀ ਅਧਿਆਦੇਸ਼ ਲਿਆਉਣ ਤੋਂ ਪਹਿਲਾਂ, ਉਸ 'ਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੇ ਫਾਈਨੈਂਸ ਮਿਨਿਸਟਰ ਮੈਂਬਰ ਸੀਗੇ, ਉੱਥੇ ਚੁੱਪਚਾਪ ਸਹਿਮਤੀ ਦੇ ਕੇ ਆ ਗਏ। ਕੈਪਟਨ ਸਾਹਿਬ ਜਦੋਂ ਵੀ ਦਿੱਲੀ ਗਏ ਆ, ਬਾਹਰ ਆ ਕੇ ਕਹਿੰਦੇ ਕਿ ਜੀ ਇਹ ਅੰਦੋਲਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੈਗਾ। ਹੁਣ ਪਿੱਛੇ ਜੇ ਕਹਿੰਦੇ ਕਿ ਜੀ ਇਹਨਾਂ ਨੂੰ ਪੰਜਾਬ 'ਚੋਂ ਚਲੇ ਜਾਣਾ ਚਾਹੀਦਾ, ਦਿੱਲੀ ਦੇ ਬਾਰਡਰ ਤੇ ਬਹਿ ਜਾਣਾ ਚਾਹੀਦਾ। ਸੋ ਉਹਨਾਂ ਨੇ ਕਦੀ ਵੀ ਪੰਜਾਬ ਦੇ ਕਿਸਾਨਾਂ ਦੇ ਹੱਕ ਦੀ ਗੱਲ ਨਹੀਂ ਕੀਤੀ। ਔਰ ਜਿਹੜਾ ਇਹ ਡਰਾਮਾ ਕੀਤਾ ਇਹਨਾਂ ਨੇ ਵਿਧਾਨ ਸਭਾ ਵਿੱਚ, ਉਹਦੇ ਵਿੱਚ ਜੇ ਕੋਈ ਸਿੰਸੀਅਰ ਹੋਏ ਤਾਂ ਇਹ ਡਰਾਮਾ ਕਰੇ ਹੀ ਨਾ, ਕਿਉਂਕਿ ਸਾਰੇ ਜਿਹੜੇ ਜਿੰਨੇ ਵੀ ਵਕੀਲ ਹੈਗੇ ਆ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਸਾਂਝੀ
ਸੂਚੀ ਚੋਂ ਜਿਹੜਾ ਕਾਨੂੰਨ ਬਣਦਾ ਹੈ ਉਸ ਵਿੱਚ ਪਹਿਲਾ ਹੱਕ ਜਿਹੜਾ ਕੇਂਦਰ ਦਾ ਹੁੰਦਾ ਹੈ। ਉੱਥੇ ਕੇਂਦਰ ਦੀ ਮਰਜ਼ੀ ਚੱਲਦੀ ਹੈ। ਤਾਂ ਹੀ ਤਾਂ ਸਾਡੀ ਦਿੱਲੀ ਦੀ ਸਰਕਾਰ ਨੇ ਇਹ ਡਰਾਮਾ ਨਹੀਂ ਕੀਤਾ। ਹਾਲਾਂਕਿ ਇਹਨਾਂ ਨੂੰ ਜ਼ਰੂਰ ਇਹਨਾਂ ਦਾ ਵਿਰੋਧ ਕੀਤਾ, ਫਾੜ ਕੇ ਸੁੱਟਿਆ ਹੈਗਾ। 254 1 ਤੇ 254 2 ਮੈਂ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਾਂਗਾ, ਇੰਟਰਨੈਟ ਤੇ ਸਰਚ ਮਾਰੋ, ਆਰਟੀਕਲ 254 1 ਤੇ ਆਰਟੀਕਲ 254 2 ਇਹ ਕਲੀਅਰ ਕਰ ਦਿੰਦੇ ਹੈ ਕਿ ਜਿਹੜੇ ਸਾਂਝੀ ਸੂਚੀ 'ਚ ਕਾਨੂੰਨ ਬਣਦੇ ਆ ਉਸ ਵਿੱਚ ਕੇਂਦਰ ਦਾ ਹੀ ਅਪਰ ਹੈਂਡ ਹੁੰਦਾ ਹੈ, ਕੇਂਦਰ ਦੀ ਹੀ ਜਿਹੜੀ ਗੱਲਬਾਤ ਹੈ ਉਹ ਮੰਨੀ ਜਾਂਦੀ ਹੈ। ਸੋ ਔਰ ਦੂਜੇ ਪਾਸੇ ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ, ਕਿਸ ਤੋਂ ਛੁਪਿਆ ਜੀ ਕਿ ਕੈਬਨਿਟ ਵਿੱਚ ਇਹਨਾਂ ਨੇ ਅਧਿਆਦੇਸ਼ ਤੇ ਸਾਈਨ ਕੀਤੇ, ਸਾਰਾ ਬਾਦਲ ਪਰਿਵਾਰ ਇਹਨਾਂ ਦਾ ਗੁਣਗਾਨ ਕਰਦਾ ਰਿਹਾ, ਆਲ ਪਾਰਟੀ ਮੀਟਿੰਗ ਵਿੱਚ ਇਹਨਾਂ ਖੇਤੀ ਕਾਨੂੰਨਾਂ ਦਾ ਸਪੋਰਟ ਕੀਤਾ, ਫਿਰ ਇੱਥੇ ਤੱਕ ਕਿ ਸੁਖਬੀਰ ਜੀ ਨੇ ਤਾਂ ਕਿਸਾਨ ਹਾਂਜੀ ਕਲੀਅਰ ਸਾਹਿਬ ਆ ਰਹੇ ਤੁਸੀਂ ਬਸ ਤੁਹਾਡਾ ਰਿਐਕਸ਼ਨ ਆ ਰਿਹਾ। ਸੋ ਇਹ ਤਿੰਨੋਂ ਪਾਰਟੀਆਂ ਨੇ ਮਿਲ ਕੇ ਇਹ ਮੁਸੀਬਤ ਖੜੀ ਕੀਤੀ ਹੈਗੀ ਹੈ ਔਰ ਇਹ ਆਪਣੇ ਜਿਹੜੇ ਇਹਨਾਂ ਦਾ ਕਸੂਰ ਹੈਗਾ, ਇਹਨਾਂ ਨੇ ਕਿਸਾਨਾਂ ਨਾਲ ਜਿਹੜਾ ਧਰੋਹ ਕਮਾਇਆ ਆ ਰਹੇ ਅਰਸ਼ਦੀਪ ਜੀ ਆ ਰਹੇ ਠੀਕ ਹੈ ਮਲਹੋਤਰਾ ਸਾਹਿਬ। ਅੰਮ੍ਰਿਤ ਜੀ ਇਸ ਤੋਂ ਪਹਿਲਾਂ ਤੁਹਾਡੇ ਕੋਲ ਆਵਾਂ ਪੁਆਇੰਟ ਇਹਨਾਂ ਦਾ ਲੇਡੀ ਆਪਣਾ ਅਰਸ਼ਦੀਪ ਜੀ ਦਾ। ਹਾਂਜੀ ਕਲੀਅਰ ਸਾਹਿਬ। ਨਹੀਂ, ਮੈਂ ਤਾਂ ਮਲਹੋਤਰਾ ਸਾਹਿਬ ਨੂੰ ਚੈਨਲ ਦੇ ਉੱਤੇ ਲੋਕ ਕਚਹਿਰੀ 'ਚ ਸਵਾਲ ਪੁੱਛਦਾ ਕਿ ਜਦੋਂ ਤਿੰਨਾਂ ਚੋਂ ਇੱਕ ਕਾਨੂੰਨ ਦਿੱਲੀ ਨੇ ਨੋਟੀਫਾਈ ਕੀਤਾ ਸੀਗਾ ਤਾਂ ਕੀ ਉਹ ਕਿਸਾਨ ਵਿਰੋਧੀ ਨਹੀਂ ਸੀ? ਤੁਹਾਨੂੰ ਲਿਖਤੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਕੀ ਲੋੜ ਸੀ? ਜਦੋਂ ਤੁਸੀਂ ਪਰਾਲੀ ਤੇ 1 ਕਰੋੜ ਦਾ ਫਾਈਨ ਸਵਾਗਤ ਕੀਤਾ, ਉਹ ਕੀ ਕਿਸਾਨ ਵਿਰੋਧੀ ਫੈਸਲਾ ਨਹੀਂ ਸੀ? ਜਦੋਂ ਤੁਹਾਨੂੰ ਦਿੱਲੀ ਦੀ ਪਰਾਲੀ ਦਾ ਧੂਆਂ ਚੜਦਾ, ਉਹ ਕਿਸਾਨ ਵਿਰੋਧੀ ਨਹੀਂ। ਪੰਜਾਬ ਦਾ ਜਦੋਂ ਪਾਣੀ ਚਾਹੀਦਾ ਕੇਜਰੀਵਾਲ ਨੂੰ, SYL ਤੇ ਐਫੀਡੇਵਿਟ ਪੰਜਾਬ ਦੇ ਕਾਨੂੰਨਾਂ ਦੀ ਗੱਲ ਕਰੋ, ਉਹ ਪੰਜਾਬ ਨਾਲ ਧੋਖਾ ਨਹੀਂ। ਮਲਹੋਤਰਾ ਸਾਹਿਬ ਇਹ ਗੱਲਾਂ ਦਾ ਜਵਾਬ ਮੰਗਦੀਆਂ ਨੇ ਮਲਹੋਤਰਾ ਸਾਹਿਬ। ਆਮ ਆਦਮੀ ਪਾਰਟੀ ਇਹ ਕਿਸਾਨਾਂ ਦੀ ਪਿੱਠ ਛੁਰਾ ਮਾਰਦੀ ਨਹੀਂ। ਮੈਂ ਅੱਜ ਇੱਕ ਸਵਾਲ ਪੁੱਛਦਾ ਤੁਹਾਨੂੰ, ਤੁਸੀਂ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਹੋਵੇ, ਕਿਸਾਨਾਂ ਨੇ ਦਿੱਲੀ ਨੂੰ ਬਾਹਰੋਂ ਘੇਰਾ ਪਾਇਆ, ਤੁਸੀਂ ਦਿੱਲੀ ਦੇ ਅੰਦਰ ਕੋਈ ਐਸੀ ਮੂਵਮੈਂਟ ਖੜੀ ਕਰਨ 'ਚ ਟੋਟਲੀ ਨਾਕਾਮ ਰਹੇ ਹੋ 1 ਸਾਲ 'ਚ। ਅਗਰ ਤੁਸੀਂ ਦਿੱਲੀ ਦੇ ਅੰਦਰ ਕੋਈ ਧਰਨੇ ਪ੍ਰਦਰਸ਼ਨ ਕਰਦੇ, ਤੁਸੀਂ ਦਿੱਲੀ ਦੀ ਨੱਕ ਦੇ ਵਿੱਚ ਦਮ ਕਰ ਸਕਦੇ ਸੀ, ਪਰ ਤੁਸੀਂ ਮੋਦੀ ਨਾਲ ਮਿਲ ਕੇ ਚੱਲੇ। ਤੁਸੀਂ 1 ਸਾਲ ਦਿੱਲੀ ਦੇ ਅੰਦਰ ਕੋਈ ਵੀ ਐਸਾ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਿਸ ਕਰਕੇ ਤੁਸੀਂ ਇਹ ਸਾਬੂਤ ਕਰ ਸਕੋ ਕਿ ਅਸੀਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦੇ ਨਾਲ ਖੜੇ ਹਾਂ। ਮਲਹੋਤਰਾ ਸਾਹਿਬ ਤੁਸੀਂ ਦੇ ਲਓ, ਉਸ ਤੋਂ ਬਾਅਦ ਅੰਮ੍ਰਿਤ ਜੀ ਕੋਲ ਜਾਣਾ। ਹਾਂਜੀ ਦੇਖੋ, ਆਮ ਆਦਮੀ ਪਾਰਟੀ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਸ ਵਿੱਚ ਜਿਹੜੀਆਂ ਦਿੱਲੀ ਦੀਆਂ APMC ਮੰਡੀਆਂ ਉਹਨਾਂ ਦਾ ਦਾਇਰਾ ਵਧਾਇਆ ਹੈ। ਇਹ ਜਿਹੜੇ ਤਿੰਨੋਂ ਖੇਤੀ ਕਾਨੂੰਨ ਹੈ ਇਹ APMC ਮੰਡੀਆਂ ਤੋਂ ਬਾਹਰ ਲਾਗੂ ਹੈ। ਜੇ ਮੰਡੀਆਂ ਵੱਡੀਆਂ ਹੋ ਗਈਆਂ ਤੇ ਇਹ ਕਾਨੂੰਨ ਕਮਜ਼ੋਰ ਹੁੰਦੇ ਕਿ ਮਜ਼ਬੂਤ ਹੁੰਦੇ ਹੈ? ਇਹ ਨੋਟੀਫਿਕੇਸ਼ਨ ਕੀਤਾ ਹੈ। ਨਹੀਂ, ਗਲਤ ਬਿਆਨੀ ਹੋ ਰਹੀ ਹੈ ਜੀ, ਇਹ ਗਲਤ ਬਿਆਨੀ ਕਰ ਰਹੇ ਨੇ ਚੈਨਲ ਦੇ ਉੱਤੇ ਮਲਹੋਤਰਾ ਸਾਹਿਬ, ਇਹ ਗਲਤ ਬਿਆਨੀ ਕਰ ਰਹੇ ਹੋ ਮਲਹੋਤਰਾ ਸਾਹਿਬ। ਕਲੀਅਰ ਸਾਹਿਬ ਆ ਰਹੇ, ਕਲੀਅਰ ਸਾਹਿਬ ਆਣਾ ਤੁਹਾਡੇ ਕੋਲ ਬਿਲਕੁਲ ਠੀਕ। ਹਾਂ ਹਾਂਜੀ ਦਿੱਲੀ ਸਰਕਾਰ ਬਸ ਅੰਮ੍ਰਿਤ ਜੀ ਆ ਰਹੇ, ਅੰਮ੍ਰਿਤ ਜੀ ਆ ਰਹੇ ਅੰਮ੍ਰਿਤ ਜੀ ਇੱਕ ਮਿੰਟ। ਹਾਂਜੀ ਮਲਹੋਤਰਾ ਸਾਹਿਬ ਜਲਦੀ। ਜਿੰਨੀ ਮਦਦ ਕਿਸਾਨਾਂ ਦੀ ਕੀਤੀ ਹੈ ਔਰ ਕਿਸੇ ਨੇ ਨਹੀਂ ਕੀਤੀ। ਨਹੀਂ ਕੀਤੀ ਜਿਹੜੀਆਂ ਸੜਕਾਂ ਤੇ ਕਿਲੇ ਲੱਗੇ ਡਿਪਾਰਟਮੈਂਟ ਦਿੱਲੀ ਦੀਆਂ ਸੀ, ਜਿਹੜੀ ਅਰਸ਼ਦੀਪ ਜੀ ਥੋੜਾ ਵੇਟ ਉਹਨੂੰ ਕਰ ਲੈਣ ਦਿਓ। ਸਰਕਾਰ ਦੀਆਂ ਫ੍ਰੀ ਵਾਈਫਾਈ ਹੋਰ ਵੀ ਜੋ ਜ਼ਰੂਰਤਾਂ ਨੇ ਪੂਰੀਆਂ ਕੀਤੀਆਂ। ਹਰ ਕਿਸੇ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ। ਤੁਸੀਂ ਕੀ ਕੀਤਾ ਹੈਗਾ? ਤੁਸੀਂ ਤਾਂ ਇਹਨਾਂ ਕਾਨੂੰਨਾਂ ਦਾ ਸਮਰਥਨ ਕੀਤਾ। ਅੰਮ੍ਰਿਤ ਜੀ ਕਲੀਅਰ ਸਾਹਿਬ ਆ ਰਹੇ ਹਨ। ਕਿਸਾਨਾਂ ਦੀ ਪਿੱਠ ਸਲਾਮੀ ਲਾਓ ਕੇਜਰੀਵਾਲ ਸਾਹਿਬ। ਅਰਸ਼ਦੀਪ ਜੀ ਤੁਹਾਡੇ ਕੋਲ ਆ ਰਹੇ ਹਨ। ਕੀ ਲੋੜ ਸੀ? ਕਾਨੂੰਨ ਸੂਬੇ ਦੇ ਖਿਲਾਫ ਤੁਸੀਂ ਨੋਟੀਫਾਈ ਕਿਉਂ ਕੀਤਾ? ਤੁਸੀਂ ਚੱਲਦੇ ਅੰਦੋਲਨ ਨੂੰ ਸੱਟ ਕਿਉਂ ਮਾਰੀ? ਅਸੀਂ ਮਦਦ ਕੀਤੀ ਹੈ ਕਿਸਾਨਾਂ ਦੀ। ਤੁਸੀਂ ਗਲਤ ਇਨਫੋਰਮੇਸ਼ਨ ਸਪਰੈਡ ਕਰ ਰਹੇ ਹੋ। ਨਹੀਂ, ਮੈਂ ਸੱਚ ਕਹਿ ਰਿਹਾ। ਤੁਸੀਂ ਲੋਕਾਂ ਨੂੰ ਲੋਕ ਕਚਹਿਰੀ ਦੇ ਵਿੱਚ ਨਾ ਗਲਤ ਗੱਲਾਂ ਗਲਤ ਇਨਫੋਰਮੇਸ਼ਨ ਸਪਰੈਡ ਕਰ ਰਹੇ ਹੋ। ਦਿੱਲੀ ਦੀ ਸਰਕਾਰ ਨੇ ਉਹ ਕਾਨੂੰਨ ਨੋਟੀਫਾਈ ਕੀਤਾ ਹੈ। ਤੁਸੀਂ ਲੋਕਾਂ ਦੀ ਪਿੱਠ ਦੇ ਵਿੱਚ ਬੁਰਾ ਮਾਰਨਾ ਬੰਦ ਕਰੋ, ਅੱਖਾਂ ਦੇ ਵਿੱਚ ਧੂੜ ਮਾਰਨਾ ਬੰਦ ਕਰੋ। ਅਰਸ਼ਦੀਪ ਜੀ ਮਲਹੋਤਰਾ ਜੀ ਨੋਟੀਫਾਈ ਨਹੀਂ ਕਰ ਸਕਦੀ। ਮਲਹੋਤਰਾ ਜੀ ਰਾਸ਼ਟਰਪਤੀ ਉਹਨਾਂ ਦੇ ਸਾਈਨ ਕਰ ਦਿੰਦਾ ਉਹ ਲਾਗੂ ਹੋ ਜਾਂਦਾ ਹੈ। ਕਿਉਂ ਕੀਤਾ? ਨੋਟੀਫਿਕੇਸ਼ਨ ਕਿਉਂ ਜਾਰੀ ਕੀਤਾ? ਅਸੀਂ ਮੰਡੀਆਂ ਦਾ ਦਾਇਰਾ ਵਧਾਇਆ, ਉਹਦਾ ਨੋਟੀਫਿਕੇਸ਼ਨ ਹੈ, ਉਹ ਕਾਨੂੰਨਾਂ ਦਾ ਨੋਟੀਫਿਕੇਸ਼ਨ ਨਹੀਂ ਹੈ। ਮਲਹੋਤਰਾ ਸਾਹਿਬ ਇੱਕ ਮਿੰਟ ਦੇਖੋ, ਐਦਾਂ ਪਤਾ ਕੀ ਹੈ, ਐਦਾਂ ਨਾ ਉਹਨਾਂ ਦੀ ਗੱਲ ਸਮਝਾਣੀ ਹੈ ਨਾ ਤੁਹਾਡੀ ਗੱਲ ਸਮਝਾਣੀ ਹੈ। ਸਾਰਾ ਆਪਣੇ ਕੋਲ ਟਾਈਮ ਦੀ ਸ਼ਾਰਟੇਜ ਹੈ। ਆਪਾਂ ਅੰਮ੍ਰਿਤ ਜੀ ਦਾ ਪੁਆਇੰਟ ਲੈ ਲਿਓ, ਫਿਰ ਦੁਬਾਰਾ ਆਪਾਂ ਅੰਮ੍ਰਿਤ ਜੀ ਗੱਲ ਆਈ ਕਲੀਅਰ ਸਾਹਿਬ ਨੇ ਕਹੀ ਹੈ ਜੋ ਇੱਕ ਤਾਂ ਨਵਜੋਤ ਸਿੰਘ ਸਿੱਧੂ ਉਹਨਾਂ ਦਾ PPCC ਪ੍ਰੈਜ਼ੀਡੈਂਟ ਉਹਨਾਂ ਦਾ ਜਿਹੜਾ ਬਿਆਨ ਉਹਨਾਂ ਨੇ ਕੋਟ ਕੀਤਾ ਉਹਦੀ ਗੱਲ ਹੈਗੀ। ਦੂਜਾ ਨੇ ਕਿਹਾ ਕਿ ਕੈਪਟਨ ਸਾਹਿਬ ਜਦੋਂ ਵੀ ਦਿੱਲੀ ਜਾ ਕੇ ਗੱਲ ਕਰਦੇ ਰਹੇ ਹੈ ਬੇਸ਼ੱਕ ਕਿਸਾਨੀ ਇਸ਼ੂਜ਼ ਦੀ ਗੱਲ ਆਉਂਦੀ ਉਹਨਾਂ ਨੇ ਗੱਲ ਕੀਤੀ, ਬਟ ਉਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦਾ ਹਵਾਲਾ ਦੇ ਕੇ ਹੀ ਗੱਲ ਕਰਦੇ ਰਹੇ। ਔਰ ਮੋਰ ਓਵਰ ਹੁਣ ਫਿਰ ਉੱਥੇ ਆ ਜਾਂਦੀ ਹੈ ਗੱਲ ਕਿ ਸਰਕਾਰ ਕਾਂਗਰਸ ਦੀ ਹੈ, ਕਾਂਗਰਸ ਪੰਜਾਬ 'ਚ ਕਿਸਾਨੀ ਮਸਲੇ ਦੇ ਹੱਲ ਦੇ ਲਈ ਕੀ ਕਦਮ ਚੁੱਕੇ? ਅੰਮ੍ਰਿਤ ਜੀ ਦੇਖੋ ਜੀ, ਮੈਂ
ਸਭ ਤੋਂ ਪਹਿਲਾਂ ਤਾਂ ਅਕਨੋਲੇਜ ਕਰਨਾ ਚਾਹੁੰਦੀ ਆ ਜੋਸ਼ੀ ਜੀ ਨੂੰ, ਜਿਸ ਨਰਮ ਦਿਲੀ ਸੌਫਟ ਸਪੋਕਨ ਸੀਗੇ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ, ਤਾਂ ਐ ਲੱਗਿਆ ਕਿ ਇਹ ਕਿਸਾਨੀ ਡੈਡਲੌਕ ਜਿਹੜਾ 3 ਫਾਰਮ ਲਾਜ਼ ਨੇ, ਬੀਜੇਪੀ ਇਸ ਦੇ ਉੱਤੇ ਐਕਸ਼ਨ ਲਏਗੀ। ਔਰ ਮੈਂ ਉਮੀਦ ਕਰਾਂਗੀ ਕਿ ਇਹਦੇ ਤੇ ਜੋ ਇਹਨਾਂ ਨੇ ਕਿਹਾ, ਇਹ ਆਪਦੀ ਹਾਈ ਕਮਾਂਡ ਦੇ ਨਾਲ ਇੰਨੀ ਇਹਨਾਂ ਦੀ ਉਹ ਪਾਵਰ ਹੈ ਕਿ ਉਹਨਾਂ ਨੂੰ ਕਨਵਿੰਸ ਜਾਂ ਕਰ ਸਕਣਗੇ, ਤਾਂ ਜੋ ਉਹਨਾਂ ਨੂੰ ਇਹਨਾਂ ਕਿਸਾਨਾਂ ਜਿਨ੍ਹਾਂ ਨੂੰ ਇਹਨਾਂ ਨੇ ਖਾਲਿਸਤਾਨੀ ਕਿਹਾ, ਅੰਦੋਲਨ ਜੀਵੀ ਕਿਹਾ, ਔਰ ਜਿਨ੍ਹਾਂ ਦੇ ਡੈਥ ਦੇ ਉੱਤੇ ਵੀ ਉਹਨਾਂ ਨੂੰ ਕੋਈ ਸੰਵੇਦਨਸ਼ੀਲਤਾ ਨਹੀਂ ਆਈ, ਉਹਦੇ ਉੱਤੇ ਉਹਨਾਂ ਦਾ ਡੈਡਲੌਕ ਤੇ 3 ਫਾਰਮ ਲਾਜ਼ ਦੇ ਉੱਤੇ ਇਹਨਾਂ ਨੂੰ ਰਿਪੀਲ ਕਰਕੇ, ਕੈਂਸਲ ਕਰਕੇ ਬੀਜੇਪੀ ਇਸ ਚੀਜ਼ ਨੂੰ ਖਤਮ ਕਰੇਗੀ। ਦੂਜੀ ਗੱਲ, ਮੈਂ ਪੁਆਇੰਟ ਵਾਈਜ਼ ਹੀ ਆਉਂਗੀ। ਅਰਸ਼ਦੀਪ ਕਲੇਰ ਜੀ ਨੇ ਕਿਹਾ ਸਾਡੇ ਤੇ ਬਹੁਤ ਸਾਰੇ ਇਲਜ਼ਾਮ ਲਗਾਏ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ, ਛੱਜ ਤਾਂ ਬੋਲੇ, ਛਾਲਨੀ ਕੀ ਬੋਲੇ, ਜਿਹਦੇ ਚ 3206 ਨੇ। ਹਰ ਚੀਜ਼ 'ਚ ਜਦੋਂ ਇਹ 3 ਫਾਰਮ ਲਾਜ਼ ਆਏ, ਉਦੋਂ ਇਹਨਾਂ ਦੇ ਕੈਬਨਿਟ ਮਿਨਿਸਟਰ ਬੀਬਾ ਹਰਸਿਮਰਤ ਕੌਰ ਜੀ ਇਹਨਾਂ ਦੇ ਨਾਲ ਸੀਗੇ, ਜਗ੍ਹਾ ਜਗ੍ਹਾ ਤੇ ਉਹਨਾਂ ਦੇ ਸਾਈਨ ਹੋਏ। ਕਲੇਰ ਜੀ 25 ਜੂਨ ਨੂੰ ਸੁਖਬੀਰ ਸਿੰਘ ਬਾਦਲ ਜੀ ਦੀ ਪ੍ਰੈਸ ਕਾਨਫਰੰਸ ਚੈੱਕ ਕਰੋ ਕਾਈਂਡਲੀ, ਉਹ 3 ਕਾਲੇ ਕਾਨੂੰਨਾਂ ਦੇ ਫੇਵਰ ਦੇ ਵਿੱਚ ਬੋਲ ਰਹੇ ਨੇ। ਸੁਨੀਲ ਜਾਖੜ ਜੀ ਨੂੰ ਕਹਿ ਰਹੇ ਨੇ ਵੀ ਇਹਨਾਂ ਨੂੰ ਸ਼ਾਇਦ ਪੜ੍ਹੇ ਲਿਖੇ ਘੱਟ ਨੇ, ਇਹਨਾਂ ਨੂੰ ਪਤਾ ਨਹੀਂ ਗਾ ਲਾਜ਼ ਬਾਰੇ, ਉਹਨਾਂ ਨੂੰ ਡਿਫੈਂਡ ਕਰ ਰਹੇ ਨੇ ਹਰ ਚੀਜ਼ ਦੇ ਉੱਤੇ। ਵੱਡੇ ਬਾਦਲ ਸਾਹਿਬ ਨੇ ਜਿਸ ਦਿਨ ਬੀਬਾ ਜੀ ਨੇ ਰਿਜ਼ਾਈਨ ਦਿੱਤਾ, ਉਹ ਕੋਈ ਉਹਨਾਂ ਨੂੰ ਪਤਾ ਸੀਗਾ ਵੀ ਜਿਹੜਾ ਉਹਨਾਂ ਦਾ ਵੋਟ ਬੈਂਕ ਹੈ ਕਿਸਾਨ ਨਾਰਾਜ਼ ਨੇ, ਤਾਂ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ। ਕੋਈ ਖੁਸ਼ੀ ਨਹੀਂ ਸੀਗੀ, ਕੋਈ ਗਮ ਨਹੀਂ ਸੀਗਾ ਵੀ ਕਿਸਾਨਾਂ ਦੇ ਨਾਲ ਹੈ ਆਪਦੇ। ਔਰ ਰਿਜ਼ਾਈਨ ਕਰਨ ਤੋਂ ਬਾਅਦ ਜੇ ਉਹਨਾਂ ਦੀ ਪ੍ਰੈਸ ਕਾਨਫਰੰਸ ਤੁਸੀਂ ਸੁਣੋਗੇ, ਉਹਨਾਂ ਨੇ ਕੀ ਕਿਹਾ, ਕਾਨੂੰਨ ਤਾਂ ਵਧੀਆ ਸੀਗੇ ਪਰ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਪਾਏ। ਕਾਈਂਡਲੀ ਇਸ ਚੀਜ਼ ਦਾ ਮਤਲਬ ਸਮਝਾਓ ਤੁਸੀਂ ਸਾਨੂੰ ਕਿ ਕੀ ਨਹੀਂ ਸਮਝਾ ਪਾਏ। ਜੇ ਕਿਸਾਨ ਜੇ ਬਿੱਲ ਠੀਕ ਸੀ ਤਾਂ ਅੱਜ ਵਿਰੋਧ ਚ ਕਿਉਂ ਨੇ? ਤੁਹਾਡੇ 100 ਹਲਕੇ ਦਾ 7 ਦਿਨਾਂ ਦੇ ਵਿੱਚ ਕੀ ਹਾਲ ਹੋਇਆ, ਪਿੰਡਾਂ ਦੇ ਵਿੱਚ ਤੁਹਾਨੂੰ ਵੜਨ ਨਹੀਂ ਦਿੱਤਾ, ਇਹਦੇ ਬਾਰੇ ਦੱਸੋ। ਸੋ ਔਰ ਮੈਂ ਆਮ ਆਦਮੀ ਪਾਰਟੀ ਨੂੰ ਕਹਿਣਾ ਚਾਹੁੰਦੀ ਆ ਵੀ ਜਿਹੜਾ ਤੁਸੀਂ APMC ਐਕਟ 1 ਦਸੰਬਰ 2020 ਨੂੰ ਨੋਟੀਫਾਈ ਕੀਤਾ ਕਾਈਂਡਲੀ, ਜਿਹਦੇ ਵਿੱਚ ਤੁਸੀਂ ਪ੍ਰਾਈਵੇਟ ਪਰਚੇਜ਼ਿੰਗ ਅਲਾਉ ਕੀਤੀ ਹੈ ਸਾਰੀ, ਉਹਦਾ ਡੀ ਨੋਟੀਫਾਈ ਉਹਨੂੰ ਕੀਤਾ, ਤਾਂ ਦਿਖਾਓ ਅਗਲੇ ਕੁਝ ਦਿਨ ਬਾਅਦ ਤੁਸੀਂ ਬਿੱਲ ਪਾੜ ਦੋਗੇ। ਦੈਟ ਡਸਨਟ ਮੀਨ ਕਿ ਤੁਸੀਂ ਉਹਨੂੰ ਨੋਟੀਫਾਈ ਡੀ ਨੋਟੀਫਾਈ ਕੀਤਾ। ਕਾਈਂਡਲੀ ਸ਼ੋ ਦਾ ਪ੍ਰੂਫ ਕਿ ਤੁਸੀਂ APMC ਜਿਹੜੇ 3 ਐਕਟ ਸੀਗੇ ਉਹਦੇ ਚੋਂ ਇੱਕ ਨੂੰ ਰਿਕਗਨੀਸ਼ਨ ਦਿੱਤੀ ਹੈ ਦਿੱਲੀ ਸਰਕਾਰ ਨੇ। ਡਬਲ ਸਟੈਂਡਰਡਸ ਰੱਖਦੇ ਮਲਹੋਤਰਾ ਜੀ ਆ ਰਹੇ, ਤੁਹਾਡੇ ਕੋਲ ਆ ਰਹੇ, ਉਹਨਾਂ ਨੂੰ ਗੱਲ ਕਰ ਲੈਣਾ ਤੁਹਾਡੇ ਕੋਲ। ਕਾਂਗਰਸ ਦਾ ਸਟੈਂਡ ਹਮੇਸ਼ਾ ਅਸੀਂ ਨਾਲ ਆ, ਜਿੱਥੇ ਵੀ ਸਾਨੂੰ ਖੜਨਾ ਹੋਏਗਾ ਅਸੀਂ ਸੈਂਟਰ ਦੇ ਵਿੱਚ ਵੀ ਜਾਵਾਂਗੇ, ਮੋਦੀ ਸਰਕਾਰ ਨਾਲ ਡਿਸਕਸ਼ਨ ਵੀ ਕਰਾਂਗੇ। ਜੇ ਸਾਨੂੰ ਫਾਰਮ ਲੀਡਰਸ ਦੇ ਕੋਲੇ ਵੀ ਜਾਣਾ ਪਿਆ ਔਰ ਉਹ ਸਾਨੂੰ ਬੁਲਾਉਣਗੇ ਐਜ਼ ਅ ਗਵਰਨਮੈਂਟ, ਤਾਂ ਅਸੀਂ ਉਹਨਾਂ ਦੇ ਨਾਲ ਜਾ ਕੇ ਖੜਾਂਗੇ ਤੇ ਉਹਨਾਂ ਦੇ ਪੁਆਇੰਟਸ ਨੂੰ ਰੇਜ਼ ਕਰਾਂਗੇ ਤੇ ਜਲਦੀ ਤੋਂ ਜਲਦੀ ਆ ਡੈਡਲੌਕ ਦਾ ਇਹਨੂੰ ਸਮਾਧਾਨ ਕਰਾਉਣ ਦਾ ਹੱਲ ਕਰਾਂਗੇ। ਤੇ ਸਾਡਾ ਜਿਹੜਾ ਧਰਨਾ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਦੀ ਹਾਂ, ਤੁਸੀਂ ਵੀ ਆਓ, ਆ ਕੇ ਦਿੱਲੀ ਜੰਤਰ ਮੰਤਰ ਬੈਠੋ, ਪਾਰਟੀਆਂ 'ਚ ਆਪਦੀ ਰਿਪਰੈਜ਼ੈਂਟੇਸ਼ਨ ਐਜ਼ ਅ ਫਾਰਮਰ ਆਓ। ਕੱਲਾ ਕਾਂਗਰਸੀਆਂ ਦਾ ਧਰਨਾ ਨਹੀਂ, ਕਾਂਗਰਸ ਦੇ ਕੱਲੇ MP MLAs ਨਹੀਂ, ਉੱਥੇ ਤੁਸੀਂ ਆਮ ਇਨਸਾਨ ਬਣ ਕੇ ਆਓ, ਉੱਥੇ ਬਹਿ ਸਕਦੇ ਹੋ। ਕਿਉਂਕਿ ਕਿਸਾਨ ਜਥੇਬੰਦੀਆਂ ਨੇ ਪੋਲੀਟੀਕਲ ਲੋਕਾਂ ਨੂੰ ਮਨਾ ਕੀਤਾ, ਪਰ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ, ਤੁਸੀਂ ਆਓ, ਆ ਕੇ ਆਪਦੀ ਪ੍ਰੈਜ਼ੈਂਸ ਉੱਤੇ ਬਾਤ ਕਰੋ। ਯੂ ਆਲ ਆਰ ਵੈਲਕਮ। ਜੋਸ਼ੀ ਜੀ, ਮੈਂ ਦਿਲੋਂ ਉਮੀਦ ਕਰੂੰਗੀ ਕਾਲੇ ਕਾਨੂੰਨ ਜਿਹੜੇ ਨੇ ਛੇਤੀ ਤੋਂ ਛੇਤੀ ਰੱਦ ਹੋਣਗੇ ਤੇ ਹਾਈ ਕੋਰਟ ਵੀ ਇਹਦੇ ਹੱਕ ਦੇ ਵਿੱਚ ਫੈਸਲਾ ਲਏਗੀ ਤੇ ਇਹਨੂੰ ਟੋਟਲੀ ਰਿਪੀਲ ਕੀਤਾ ਜਾਵੇ, ਤਾਂ ਜੋ ਨਵੇਂ ਸਿਰੇ ਤੋਂ ਕਿਸਾਨੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਵਾਮੀਨਾਥਨ ਰਿਪੋਰਟ ਦੇ ਅਕੋਰਡਿੰਗਲੀ ਸਾਡੀ ਕਾਸਟ ਰੇਟ ਤੋਂ ਡੇਟਾ ਸਾਨੂੰ ਮਿਲ ਸਕੇ, ਪ੍ਰੋਫਿਟਸ ਆ ਸਕਣ। ਕਿਸਾਨ ਠੀਕ ਹੈ ਅਮਰਿਤ ਜੀ ਠੀਕ ਹੈ ਗੱਲ ਆ ਗਈ। ਕਿਸਾਨ ਦੀ ਮੇਨਲੀ ਐਗਰੀਕਲਚਰਲ ਇਕਨੋਮੀ ਹੈ, ਆਪਾਂ ਫਲਰਿਸ਼ ਕਰ ਸਕੀਏ, ਆਪਾਂ ਐਕਸਪੋਰਟ ਖੋਲ ਸਕੀਏ। ਠੀਕ ਹੈ ਅਮਰਿਤ ਜੀ। ਜੋਸ਼ੀ ਸਾਹਿਬ ਮੈਂ ਤੁਹਾਡੇ ਕੋਲ ਲਾਸਟ ਚਾਹੂੰਗਾ ਤੁਹਾਡੇ ਵਾਈਂਡਿੰਗ ਕਮੈਂਟ ਵਾਸਤੇ। ਆਪਾਂ ਕਲੇਰ ਸਾਹਿਬ ਦਾ ਪੁਆਇੰਟ ਲੈ ਲਈਏ, ਫਿਰ ਉਸ ਤੋਂ ਬਾਅਦ ਮਲਹੋਤਰਾ ਸਾਹਿਬ ਦਾ, ਤੇ ਵਾਈਂਡਿੰਗ ਕਮੈਂਟ ਤੁਹਾਡਾ, ਤੁਸੀਂ ਸਾਰੀ ਜੋ ਡਿਸਕਸ਼ਨ ਹੈ ਉਹਦਾ ਤੁਸੀਂ ਆਪਣਾ ਪੱਖ ਰੱਖਦੇ ਹੋ। ਕਲੇਰ ਸਾਹਿਬ,
ਅਮਰਿਤ ਜੀ ਨੇ ਤੁਹਾਡੇ ਤੇ ਵੀ ਸਵਾਲ ਚੱਕਤੇ ਜੀ। ਅੰਮ੍ਰਿਤ ਜੀ ਨੇ ਨਹੀਂ ਮੇਰੀ ਮੈਂ ਗੱਲ ਕਹਾਂ ਦਾ ਕਿ ਅੱਛਾ ਅੰਮ੍ਰਿਤ ਜੀ ਨੇ ਮੇਰੀ ਗੱਲ ਦਾ ਫਿਰ ਨਹੀਂ ਜਵਾਬ ਦਿੱਤਾ ਕਿ ਇਹਨਾਂ ਦੇ ਆਪ ਦੇ ਪ੍ਰਧਾਨ ਨਵਜੋਤ ਸਿੱਧੂ ਜਿਹੜੇ ਮੌਜੂਦਾ ਪ੍ਰਧਾਨ ਨੇ ਉਹ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਤਿੰਨੇ ਕਾਨੂੰਨਾਂ ਦੇ ਵਿੱਚ ਸੋਧ ਕਰਕੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ, ਧੋਖਾ ਕੀਤਾ। ਇਹਨਾਂ ਦੇ ਆਪ ਦੇ ਪ੍ਰਧਾਨ ਕਹਿ ਰਹੇ ਨੇ, ਉਹ ਵੀ ਮੰਨਣ ਨੂੰ ਤਿਆਰ ਨਹੀਂ ਇਹ ਗੱਲ। ਔਰ ਜਿਹੜੀ ਦੂਸਰੀ ਗੱਲ ਆ, ਦੇਖੋ ਸ਼੍ਰੋਮਣੀ ਅਕਾਲੀ ਦਲ ਐਨਡੀਏ ਦਾ ਭਾਈਵਾਲ ਸੀ, ਔਰ ਜੋ ਅੱਜ ਭੂਮਿਕਾ ਕਿਸਾਨ ਜਥੇਬੰਦੀਆਂ ਨਿਭਾ ਰਹੀਆਂ ਗੱਲਬਾਤ ਦੀ, ਉਹੀ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਨਿਭਾ ਰਿਹਾ ਸੀ। ਅਸੀਂ ਕਿਸਾਨਾਂ ਦੀ ਗੱਲ ਕੇਂਦਰ ਤੱਕ, ਕੇਂਦਰ ਦੀ ਕਿਸਾਨਾਂ ਤੱਕ, ਔਰ ਸਾਡੀ ਜ਼ਿੰਮੇਵਾਰੀ ਸੀ ਕਿ ਕਿਸੇ ਤਰੀਕੇ ਕਿਸਾਨਾਂ ਦੀਆਂ ਜਿੰਨੀਆਂ ਮੰਗਾਂ ਨੇ ਉਹ ਮਨਵਾਈਆਂ ਜਾਣ। ਪਰ ਜਦੋਂ ਬੀਜੇਪੀ ਨੇ ਸਾਨੂੰ ਧੋਖਾ ਦਿੱਤਾ, ਅਸੀਂ ਤਾਂ ਕਿਸਾਨੀ ਦੇ ਹੱਕ ਦੇ ਵਿੱਚ ਖੜੇ ਆ ਗਏ। ਜਦੋਂ ਫੈਸਲਾ ਲੈਣ ਦਾ ਵਕਤ ਸੀ ਤਾਂ ਮੈਂ ਚੈਲੰਜ ਕਰਦਾ ਕਿ ਪੰਜਾਬ ਦੀ ਇੱਕੋ ਪਾਰਟੀ ਸੀ, ਸਾਰੇ ਦੇਸ਼ ਦੀ ਇੱਕੋ ਪਾਰਟੀ ਸੀ ਜਿਨੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੋਟ ਉਲਟ ਪਾਈ ਹੈ। ਕਾਂਗਰਸ ਤਾਂ ਬਾਈਕਾਟ ਕਰ ਗਈ ਸੀ। ਔਰ ਅੱਜ ਅੰਮ੍ਰਿਤ ਗਿੱਲ ਜੀ ਮੈਨੂੰ ਜਵਾਬ ਦੇਣ ਕਿ ਜਿੱਦਣ ਰਾਜ ਸਭਾ ਦੇ ਵਿੱਚ ਇਹ ਕਾਨੂੰਨ ਪਾਸ ਹੋਇਆ, ਇਹਨਾਂ ਦੇ 33 ਐਮਪੀ ਮਿਸਿੰਗ ਸੀ, ਕਿਉਂ ਨਹੀਂ ਉੱਥੇ ਵਿਪ ਜਾਰੀ ਕੀਤਾ ਗਿਆ ਉਹ 33 ਵਾਸਤੇ? ਅਗਰ ਉਹ 33 ਮੈਂਬਰ ਪਾਰਲੀਮੈਂਟ ਉਸ ਦਿਨ ਉੱਥੇ ਰਾਜ ਸਭਾ ਦੇ ਵਿੱਚ ਹੁੰਦੇ, ਕਾਨੂੰਨ ਪਾਸ ਨਹੀਂ ਹੋ ਸਕਦੇ ਸੀ। ਸੋ ਅਗਰ ਕਿਸੇ ਨੇ ਸਹੀ ਮਾਨਿਆਂ ਦੇ ਵਿੱਚ ਕਿਸਾਨਾਂ ਨਾਲ ਧੋਖਾ ਕੀਤਾ, ਉਹ ਕਾਂਗਰਸ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਫਰਜ਼ ਸਮਝਦੇ ਹੋਏ ਵਜ਼ੀਰੀ ਵੀ ਛੱਡੀ, ਅਸੀਂ ਭਾਈਵਾਲੀ ਵੀ ਛੱਡੀ, ਔਰ ਜਿਹੜੇ ਨਾਗਰਾ ਸਾਹਿਬ ਦੀ ਗੱਲ ਕਰਦੇ ਨੇ ਉਹਨਾਂ ਦਾ ਅਸਤੀਫਾ ਨਹੀਂ ਅਜੇ ਤੱਕ ਮਨਜ਼ੂਰ ਹੋਇਆ। ਸੋਚੋ ਕਿੰਨੀ ਹਾਸੋਹੀਣੀ ਗੱਲ ਹੈ। ਔਰ ਕੱਲ ਜਦੋਂ ਮੰਤਰੀ ਦੀ ਲਿਸਟ ਦੇ ਵਿੱਚੋਂ ਐਨ ਮੌਕੇ ਤੇ ਆ ਕੇ ਨਾਮ ਆਊਟ ਹੋ ਗਿਆ, ਬਾਹਰ ਨਿਕਲ ਗਿਆ, ਕਾਕਾ ਰਣਦੀਪ ਫਤਿਹਗੜ੍ਹ ਦੇ ਅੰਦਰ ਆ ਗਏ, ਫਿਰ ਖੜੇ ਹੋ ਕੇ ਕਹਿੰਦੇ ਨੇ ਮੈਂ ਕਿਸਾਨੀ ਦੇ ਹੱਕ ਦੇ ਵਿੱਚ ਵਜ਼ੀਰੀ ਨਹੀਂ ਲਈ। ਨਹੀਂ ਉਹਨਾਂ ਨੂੰ ਪੁੱਛੇ ਕਿ ਜਦੋਂ ਤੁਹਾਡਾ ਇੱਕ ਰਾਤ ਪਹਿਲਾਂ ਨਾਮ ਅਨਾਉਂਸ ਹੋ ਗਿਆ ਸੀ, ਕਿਉਂ ਘਰੇ ਢੋਲ ਵੱਜ ਰਹੇ ਸੀ, ਕਿਉਂ ਮਠਾਈਆਂ ਖਵਾ ਰਹੇ ਸੀ? ਉਦੋਂ ਹੀ ਪ੍ਰੈਸ ਦੇ ਵਿੱਚ ਆਉਂਦੇ ਕਿ ਮੇਰਾ ਨਾਮ ਅਨਾਉਂਸ ਹੋ ਗਿਆ, ਮੈਂ ਮੰਤਰੀਸ਼ਿਪ ਨਹੀਂ ਲੈਣੀ। ਸੋ ਕਿਤੇ ਨਾ ਕਿਤੇ ਕਾਂਗਰਸ ਦਾ ਦੋਹਰਾ ਚਿਹਰਾ ਹੈ। ਇਹ ਦੋਹਰਾ ਚਿਹਰਾ ਲੋਕਾਂ ਦੇ ਵਿੱਚ ਬੇਨਕਾਬ ਹੈ। ਕੈਪਟਨ ਅਮਰਿੰਦਰ ਸਿੰਘ, ਮਨਪ੍ਰੀਤ ਬਾਦਲ, ਇਹ ਕਾਨੂੰਨਾਂ ਦੀ ਮੀਟਿੰਗਾਂ ਇਹਨਾਂ ਨੇ ਅਟੈਂਡ ਕੀਤੀਆਂ, 2 ਸਾਲ ਕਰਦੇ ਰਹੇ, ਔਰ ਇਹਨਾਂ ਨੇ ਪੰਜਾਬ ਨੂੰ ਦੱਸਿਆ ਨਹੀਂ ਕਿ ਕੋਈ ਐਸੇ ਕਾਨੂੰਨ ਆ ਰਹੇ ਨੇ। ਸੋ ਇਹ ਕਿਸੇ ਤੇ ਕੀ ਸਵਾਲ ਚੱਕ ਸਕਦੇ ਨੇ? ਠੀਕ ਹੈ ਮਲਹੋਤਰਾ ਸਾਹਿਬ, ਤੁਹਾਡਾ ਲਾਸਟ 30 ਸੈਕਿੰਡ। ਮਲਹੋਤਰਾ ਸਾਹਿਬ, ਭਾਜਪਾ ਨੇ ਤਾਂ ਕਿਸਾਨਾਂ ਦੇ ਨਾਲ ਜੋ ਧਰੋਹ ਕਮਾਇਆ ਸੋ ਕਮਾਇਆ, ਪਰ ਕਾਂਗਰਸ ਔਰ ਅਕਾਲੀ ਦਲ ਜਿਹੜਾ ਹੈ ਇਹਨਾਂ ਨੇ ਵੀ ਕੋਈ ਘੱਟ ਨਹੀਂ ਕੀਤਾ ਹੈ। ਜਿੱਥੇ ਇਹ ਕਿਸਾਨਾਂ ਦਾ ਹਿੱਤ ਜਿਹੜਾ ਹੈ ਉਹ ਬਚਾ ਸਕਦੇ ਸੀ, ਉਹਨਾਂ ਦੇ ਹੱਕ ਵਿੱਚ ਖੜੇ ਹੋ ਸਕਦੇ ਸੀ, ਆਵਾਜ਼ ਚੁੱਕ ਸਕਦੇ ਸੀ, ਕਿਸਾਨਾਂ ਨੂੰ ਪਹਿਲਾਂ ਇਨਫੋਰਮ ਕਰ ਸਕਦੇ ਸੀਗੇ, ਉੱਥੇ ਇਹਨਾਂ ਨੇ ਨਹੀਂ ਕੀਤਾ। ਔਰ ਅਕਾਲੀ ਦਲ ਤਾਂ ਉੱਥੇ ਅਧਿਆਦੇਸ਼ ਤੇ ਸਾਈਨ ਕਰਕੇ ਆ ਗਿਆ ਤੁਹਾਡੇ ਕੋਲ ਆ ਰਿਹਾ, ਔਰ ਫਿਰ ਪੂਰਾ ਜ਼ੋਰ ਲਾਇਆ, ਟਿਲ ਦਾ ਜ਼ੋਰ ਲਾਇਆ ਇਹਨਾਂ ਨੇ ਕਿ ਵੀ ਪੰਜਾਬ ਨੂੰ ਕਨਵਿੰਸ ਕਰੀਏ ਕਿ ਖੇਤੀ ਕਾਨੂੰਨ ਚੰਗੇ ਨੇ। ਮੈਨੂੰ ਪਤਾ ਨਹੀਂ ਕਿਵੇਂ ਸਾਡੇ ਵੀਰ ਇਹ ਹਿੰਮਤ ਜੁਟਾ ਲੈਂਦੇ ਨੇ ਬਾਰ-ਬਾਰ ਉਹੀ ਗੱਲ ਕਹਿਣ ਦੀ ਕਿ ਜੀ ਅਸੀਂ ਕਿਸਾਨਾਂ ਦੇ ਬੜੇ ਹਿਤੈਸ਼ੀ ਹਾਂ, ਜਦ ਕਿ ਸਾਰਾ ਸਪਸ਼ਟ ਹੈਗਾ ਔਰ ਕਿਸਾਨ ਵੀ ਸਮਝਦੇ ਨੇ। ਤਾਂ ਹੀ ਤਾਂ ਇਹਨਾਂ ਦੇ ਜਿਹੜੇ ਵਲੰਟੀਅਰਸ ਨੇ ਜਾਂ ਇਹਨਾਂ ਦੇ ਅਹੁਦੇਦਾਰ ਨੇ ਉਹਨਾਂ ਦਾ ਵਿਰੋਧ ਹੁੰਦਾ ਹੈਗਾ। ਠੀਕ ਹੈ ਮਲਹੋਤਰਾ ਸਾਹਿਬ, ਇਹ ਹਾਲ ਹੈ ਕਾਂਗਰਸ ਦਾ ਕਿ ਹਾਈ ਪਾਵਰ ਕਮੇਟੀ ਵਿੱਚ ਵੀ ਇਹਨਾਂ ਨੇ ਧਰੋਹ ਕਮਾਇਆ, ਉਸ ਤੋਂ ਬਾਅਦ ਵੀ ਜਿਹੜਾ ਕਿਸਾਨਾਂ ਤੇ ਇਲਜ਼ਾਮ ਲਗਾਉਂਦੇ ਰਹੇ। ਹੁਣ ਕਦੇ ਕਹਿੰਦੇ ਜੀ ਕੁਲਜੀਤ ਨਾਗਰਾ ਜੀ ਨੇ ਅਸਤੀਫਾ ਦੇਤਾ, ਉਹਦੇ ਨਾਲ ਕੀ ਹੋਣਾ ਹੈਗਾ? ਜਦ ਪਹਾੜ ਦੇ ਉੱਤੇ ਤੁਸੀਂ ਪੱਥਰ ਰੋੜਦਾ, ਉਹ ਹੁਣ ਨੁਕਸਾਨ ਕਰੇਗਾ ਹੀ ਕਰੇਗਾ। ਉਹਨੂੰ ਰੋਕਣਾ ਬਹੁਤ ਔਖਾ ਹੈਗਾ। ਠੀਕ ਹੈ ਮੇਜਰ ਸਾਹਿਬ। ਆਪਣਾ ਅਮਰਿਤ ਜੀ 10 ਸੈਕਿੰਡ ਲਾਸਟ ਮਿੰਟ। ਅਮਰਿਤ ਜੀ, ਜਿਨ੍ਹਾਂ ਨੇ ਇਲਜ਼ਾਮ ਲਗਾਣੇ ਨੇ, ਅਸੀਂ ਐਕਸ਼ਨਸ ਲੈਣੇ ਨੇ, ਔਰ ਤੁਹਾਨੂੰ ਸਾਡੇ ਐਕਸ਼ਨਸ ਆਲਰੇਡੀ ਵੀ ਦਿਖ ਰਹੇ ਹੋਣਗੇ ਤੇ ਅਸੀਂ ਐਕਸ਼ਨਸ 'ਚ ਬਿਲੀਵ ਕਰਦੇ ਹਾਂ। ਕਿਸੇ ਤੇ ਇਲਜ਼ਾਮ ਨਹੀਂ। ਜਿਨ੍ਹਾਂ ਨੇ ਧਰੋਹ ਕਮਾਇਆ, ਜਿਨ੍ਹਾਂ ਨੇ APMC ਐਕਟ ਨੋਟੀਫਾਈ ਕੀਤਾ ਔਰ ਜਿਨ੍ਹਾਂ ਨੇ ਆ ਬਿੱਲਾਂ ਦੇ ਵਿੱਚ, ਔਰ ਮੈਂ ਦੱਸਣਾ ਚਾਹੂੰਗੀ ਜਿਹੜੀਆਂ ਵੀ ਮੀਟਿੰਗਸ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਲ, ਕੈਪਟਨ ਅਮਰਿੰਦਰ ਸਿੰਘ ਗਏ ਨੇ, ਉਹਨਾਂ ਮੀਟਿੰਗਸ ਦੇ ਏਜੰਡਾਸ ਤੇ ਪੁਆਇੰਟਸ ਆਫ ਡਿਸਕਸ਼ਨ ਕਢਵਾ ਲਿੱਤੇ ਜਾਣ। ਉਹਦੇ ਵਿੱਚ ਫਾਰਮ ਲਾਜ਼ ਦੇ ਉੱਤੇ ਕੋਈ ਡਿਸਕਸ਼ਨਸ ਹੀ ਨਹੀਂ ਹੋਈਆਂ ਹੈਗੀਆਂ। ਠੀਕ ਹੈ, ਉਹ ਸਪਸ਼ਟੀਕਰਨ ਆ ਚੁੱਕਿਆ। ਠੀਕ ਹੈ ਅਮਰਿਤ ਜੀ, ਜੋਸ਼ੀ ਸਾਹਿਬ ਤੁਹਾਡਾ ਪੁਆਇੰਟ ਇਸ ਮਸਲੇ ਦਾ ਹੱਲ ਕਿਵੇਂ ਨਿਕਲੇਗਾ ਜੀ? ਜੋਸ਼ੀ ਸਾਹਿਬ ਤੁਹਾਡਾ ਪੁਆਇੰਟ ਪਹਿਲਾਂ ਚੁੱਪ ਕਰਾ ਲਓ ਸਤਿਕਾਰਯੋਗ ਮੇਰੇ। ਨਹੀਂ ਤੁਸੀਂ ਚੇਤਨ ਜੀ ਕਰੋ, ਫਿਰ ਟਾਈਮ ਰਹਿਣਾ ਨਹੀਂ। ਅਮਰਿਤ ਜੀ ਪਹਿਲੀ ਗੱਲ, ਅਮਰਿਤ ਜੀ ਹਾਂਜੀ ਚੇਤਨ ਮੈਨੂੰ ਗੱਲ ਕਰ ਲੈਣ ਦਿਓ। ਪਹਿਲੀ ਗੱਲ ਤੇ ਇਹ ਕਿ ਅਕਾਲੀ ਦਲ ਦੇ ਨਾਲ ਕੋਈ ਧੋਖਾ ਨਹੀਂ ਕਮਾਇਆ। ਤੁਸੀਂ ਸਾਡੇ ਵਾਸਤੇ ਬੜੇ ਆਦਰਨੀय ਹੋ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਅਸੀਂ ਯੁੱਗ ਪੁਰਸ਼ ਮੰਨਦੇ ਹਾਂ ਪੰਜਾਬ ਦੀ ਸਿਆਸਤ ਦਾ, ਤਾਂ ਸਾਡਾ ਸਦਾ ਸਤਿਕਾਰ ਰਹੇਗਾ ਤੁਹਾਡੇ ਨਾਲ। ਬਾਕੀ ਰਹੀ ਗੱਲ ਅੰਮ੍ਰਿਤ ਗਿੱਲ ਮੈਡਮ ਹੋਣਾ ਦੀ, ਭੈਣ ਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ।
ਕਿਉਂਕਿ ਮੈਨੂੰ ਟਾਈਮ ਥੋੜਾ, ਮੈਂ ਗੱਲ ਜ਼ਿਆਦਾ ਐਕਸਪਲੇਨ ਕਰ ਸਕਦਾ ਉਹਦੀ। ਹਾਂ ਬਾਕੀ ਬਸ ਰਹੀ ਗੱਲ ਆਮ ਆਦਮੀ ਜਲਦੀ ਜੀ, ਪਾਰਟੀ ਕਿਉਂਕਿ ਅੱਧਾ ਮਿੰਟ ਰਹਿ ਗਿਆ। ਆਮ ਆਦਮੀ ਪਾਰਟੀ ਦੇ ਵਿਚਾਰੀ ਤਰਸਦੀ ਪਈ ਆ ਕਿਸੇ ਤਰੀਕੇ ਪੰਜਾਬ 'ਚ ਪੈਰ ਲੱਗ ਜਾਣ। ਇਹਨਾਂ ਦੇ ਪਹਿਲੋਂ 20 ਬੰਦਿਆਂ ਦਾ ਮੈਂਡੇਟ ਮਿਲਿਆ ਸੀ, 20 ਤੋਂ 14 ਦੇ ਰਹਿ ਗਏ। ਹੁਣ ਪਤਾ ਨਹੀਂ ਡਬਲ ਡਿਜਿਟ 'ਚ ਆਉਣੇ ਕਿ ਨਹੀਂ ਆਉਣੇ। ਐਵੇਂ ਮੂੰਹ ਚੱਕ ਕੇ ਤੁਸੀਂ ਬੀਜੇਪੀ ਤੇ ਇਲਜ਼ਾਮ ਲਾ ਰਹੇ ਹੋ। ਇਦਾਂ ਇਲਜ਼ਾਮ ਲਾਉਣ ਨਾਲ ਕਦੀ ਸੱਤਾ 'ਚ ਵਾਪਸੀ ਨਹੀਂ ਹੁੰਦੀ ਜਾਂ ਸੱਤਾ 'ਚ ਆਇਆ ਨਹੀਂ ਜਾਂਦਾ, ਕੰਮ ਕਰਕੇ ਦਿਖਾਏ ਜਾਂਦੇ ਨੇ। ਮੈਂ ਇੱਥੇ ਤੁਹਾਨੂੰ ਸੱਚੀ ਗੱਲ ਨਾਲ ਇੰਨੀ ਗੱਲ ਕਹਿਣਾ ਵਾਂ ਕਿ ਅਸੀਂ ਕਿਸਾਨਾਂ ਦਾ ਮਸਲਾ ਬੜੀ ਜਲਦ ਇਹਨੂੰ ਸੋਲਵ ਕਰ ਲੈਣਾ। ਕਿਸਾਨਾਂ ਨਾਲ ਰਲ ਕੇ, ਕਿਸਾਨਾਂ ਦੇ ਵਿੱਚ ਬਹਿ ਕੇ ਗੱਲ ਹੋਣੀ ਆ, ਔਰ ਬਹੁਤ ਹੱਦ ਤੱਕ ਸੋਲਵ ਕਰ ਚੁੱਕੇ ਆ। ਬਾਕੀ ਇੱਕ ਸਾਡੇ ਜ਼ਿਆਦਾ ਬੀਜੇਪੀ ਨੂੰ ਕ੍ਰਿਟੀਸਾਈਜ਼ ਕਰਨ ਦੀ ਥਾਂ ਤੇ ਮੈਂ ਕਾਂਗਰਸ ਪਾਰਟੀ ਨੂੰ ਕਹਾਂਗਾ, ਤੁਸੀਂ ਪਹਿਲਾਂ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕਰੋ। ਤੁਸੀਂ ਆਪਣੇ ਜਿਹੜੇ 2-4 ਅਹੁਦੇਦਾਰ ਲਾਉਣੇ ਪਹਿਲਾਂ ਉਹਨਾਂ ਦੇ ਬਾਰੇ ਕਰੋ। ਅਜੇ ਤਾਂ ਪਤਾ ਹੀ ਨਹੀਂ ਹੈ ਕਿ 90 ਦਿਨ ਬਾਅਦ ਤੁਸੀਂ ਜਿਹੜੀ ਕਹਿ ਰਹੇ 90 ਦਿਨ ਦੀ ਸਰਕਾਰ ਬਣਾਉਣੀ ਆ, ਜਾਂ ਤੁਸੀਂ ਨਵੇਂ ਆਪਣੇ ਪੁਰਾਣੇ ਜਿਹੜੇ 18 ਨੁਕਤਿਆਂ ਦੀ ਗੱਲ ਕਰੋ। ਆਉਣ ਵਾਲੀ ਫਿਊਚਰ ਪਲੈਨਿੰਗ ਨਾ ਸੁਣਾਓ। ਠੀਕ ਹੈ ਤੁਹਾਨੂੰ ਚੇਤਨ ਜੀ, ਜਿਸ ਕਰਕੇ ਚੇਤਨ ਜੀ ਤੁਹਾਡੀ ਸਰਕਾਰ ਬਦਲੀ ਹੈ ਨਾ, ਤੁਸੀਂ ਪਲੀਜ਼ ਉਹਨਾਂ 18 ਨੁਕਤਿਆਂ ਨੂੰ ਪੂਰਾ ਕਰੋ। ਇਹ ਕਿਸਾਨਾਂ ਦੇ ਜਿਹੜੇ ਮੁੱਦੇ ਨੇ ਭਾਰਤੀ ਜਨਤਾ ਪਾਰਟੀ ਸੋਲਵ ਕਰਕੇ ਕਿਸਾਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਜੈ ਜੈਕਾਰ ਕਰਕੇ ਪੰਜਾਬ 'ਚ ਵਾਪਸ ਲੈ ਕੇ ਆਏਗੀ, ਔਰ ਇਹਦਾ ਮੁੱਦੇ ਦਾ ਜਲਦੀ ਹੱਲ ਲਿਖ ਲੇਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਚੇਤਨ ਜੀ, ਉਮੀਦ ਕਰਦੇ ਹਾਂ ਜੋ ਤੁਸੀਂ ਗੱਲ ਕਹੀ ਹੈ ਉਹ ਹੋਵੇ। ਤੁਸੀਂ ਸਾਡੇ ਨਾਲ ਜੁੜੇ ਸਾਰੇ ਬਹੁਤ ਬਹੁਤ ਧੰਨਵਾਦ। ਸਮਾਂ ਯਾਤਰੀ ਰਿਹਾ ਡਿਬੇਟ ਨੂੰ ਇੱਥੇ